ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਵਾਗਤ ਕਰਦੀ ਹਾਂ ਤੁਹਾਡਾ ਮੇਰੇ ਇਸ YouTube ਚੈਨਲ ਦੇ ਉੱਤੇ। ਤੇ ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਲੈਕਚਰ ਨੰਬਰ 3 ਔਨ ਇੰਡੀਅਨ ਪੋਲਿਟੀ। ਇਹ ਪੂਰੀ ਦੀ ਪੂਰੀ ਕੰਪਲੀਟ ਸੀਰੀਜ਼ ਹੈ ਜੀ ਔਨ ਦੀ ਇੰਡੀਅਨ ਪੋਲਿਟੀ ਕਿਉਂਕਿ ਬਹੁਤ ਹੀ ਜ਼ਿਆਦਾ ਵੇਟੇਜ ਰੱਖਦਾ ਹੈ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ, ਤਾਂ ਇਹਨੂੰ ਕਵਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਤੇ ਜਿਹੜਾ ਸਾਡਾ ਅੱਜ ਦਾ ਟੌਪਿਕ ਹੈਗਾ ਉਹ ਹੈਗਾ ਸਾਡੇ ਸੰਵਿਧਾਨ ਬਾਰੇ। ਸਾਡਾ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਕਿੱਦਾਂ ਬਣਿਆ, ਕਿਹੜੀ ਬੋਡੀ ਬਣਾਈ ਗਈ ਤੇ ਉਸ ਬੋਡੀ ਨੇ ਕਿੱਦਾਂ ਜਿਹੜਾ ਭਾਰਤ ਦਾ ਸੰਵਿਧਾਨ ਆ ਉਹਨੂੰ ਬਣਾਇਆ। ਠੀਕ ਹੈ, ਤੇ ਕਿਹੜੀਆਂ ਕਮੇਟੀ ਸੀਗੀਆਂ ਜਿਨ੍ਹਾਂ ਨੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਇਸ ਵੀਡੀਓ ਦੇ ਵਿੱਚ ਪੜ੍ਹੂੰਗੇ। ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਇੱਕ ਛੋਟੀ ਰਿਕੁਐਸਟ ਹੈ, ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਕਰਿਓ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਉਹਨਾਂ ਬੱਚਿਆਂ ਦੇ ਵਿੱਚ ਜੋ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੈ। ਠੀਕ ਹੈ ਜੀ, ਤੇ ਚਲੋ ਆਪਾਂ ਸਟਾਰਟ ਕਰਦੇ ਹਾਂ। ਸਟਾਰਟ ਕਰਾਂਗੇ ਇੱਕ ਛੋਟੇ ਜਿਹੇ ਫੈਕਟ ਦੇ ਨਾਲ ਕਿ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਸ ਰੱਖਦਾ। ਉਹ ਇਹ ਹੈ ਜੀ ਕਿ ਜਿਹੜਾ ਸਾਡੇ ਭਾਰਤ ਦਾ ਸੰਵਿਧਾਨ ਹੈ ਉਹਨੂੰ ਬਣਾਉਣ ਦੇ ਲਈ 11 ਸੈਸ਼ਨਸ ਲੱਗੇ ਨੇ ਤੇ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਿਆ। ਅਗਰ ਆਪਾਂ ਓਰੀਜਨਲ ਕੌਂਸਟੀਟਿਊਸ਼ਨ ਦੀ ਗੱਲ ਕਰੀਏ, ਕਿਉਂਕਿ ਜਿਹੜਾ ਸਾਡਾ ਅੱਜ ਦਾ ਸੰਵਿਧਾਨ ਹੈ, ਠੀਕ ਹੈ, ਉਹਦੇ ਵਿੱਚ ਬਹੁਤ ਸਾਰੀਆਂ ਅਮੈਂਡਮੈਂਟਸ ਹੋਈਆਂ, ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਟਾਈਮ ਟੂ ਟਾਈਮ। ਠੀਕ ਹੈ, ਬਟ ਅਗਰ ਆਪਾਂ ਓਰੀਜਨਲ ਕੌਂਸਟੀਟਿਊਸ਼ਨ ਦੀ ਗੱਲ ਕਰੀਏ ਜੋ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ, ਉਹ ਤਿਆਰ ਹੋਇਆ ਸੀ 2 ਸਾਲ 11 ਮਹੀਨੇ ਤੇ 18 ਦਿਨਾਂ ਦੇ ਵਿੱਚ। ਠੀਕ ਹੈ ਜੀ, ਔਰ ਇਹ ਜਿਹੜਾ ਫੈਕਟ ਹੈ ਇਹਨੂੰ ਯਾਦ ਰੱਖਿਓ ਕਿਉਂਕਿ ਡਾਇਰੈਕਟਲੀ ਕੁਐਸਚਨ ਬਣ ਜਾ ਕਰਦਾ ਹੈ। ਅਗਰ ਆਪਾਂ ਇੱਕ ਛੋਟੀ ਟਾਈਮਲਾਈਨ ਦੇਖੀਏ ਤਾਂ ਇਹ ਹੁੰਦੀ ਹੈ ਜੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਇੱਕ ਕੌਂਸਟੀਟਿਊਐਂਟ ਅਸੈਂਬਲੀ ਦੀ। ਹੁਣ ਤੁਸੀਂ ਪੁੱਛੋਗੇ ਕੌਂਸਟੀਟਿਊਐਂਟ ਅਸੈਂਬਲੀ ਕੀ ਹੈ? ਦੇਖੋ, ਜੋ ਸਾਡੇ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਉਹਨੂੰ ਬਣਾਉਣ ਦੇ ਲਈ ਇੱਕ ਬੋਡੀ ਬਣਾਈ ਗਈ ਸੀ। ਉਸ ਬੋਡੀ ਨੂੰ ਅਸੀਂ ਬੋਲਦੇ ਹਾਂ ਕੌਂਸਟੀਟਿਊਐਂਟ ਅਸੈਂਬਲੀ। ਉਹ ਬੋਡੀ ਕਿੱਦਾਂ ਬਣਾਈ ਗਈ ਸੀ ਆਪਾਂ ਦੇਖੋਗੇ ਥੋੜ੍ਹੀ ਦੇਰ ਦੇ ਵਿੱਚ, ਬਟ ਹੁਣ ਦੇ ਲਈ ਤੁਸੀਂ ਇਹ ਯਾਦ ਰੱਖ ਲਓ ਕਿ ਜਿਹੜੇ ਸਾਡੇ ਭਾਰਤ ਦਾ ਸੰਵਿਧਾਨ ਹੈ ਉਹ ਇੱਕ ਬੋਡੀ ਦੁਆਰਾ ਬਣਾਇਆ ਗਿਆ ਜਿਹਨੂੰ ਅਸੀਂ ਬੋਲਦੇ ਹਾਂ ਕੌਂਸਟੀਟਿਊਐਂਟ ਅਸੈਂਬਲੀ। ਤੇ ਉਹਦੀ ਪਹਿਲੀ ਮੀਟਿੰਗ ਹੁੰਦੀ ਹੈ 9 ਦਸੰਬਰ 1946 ਨੂੰ। ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਕਿ 11 ਦਸੰਬਰ 1946 ਨੂੰ ਅਗਲੀ ਮੀਟਿੰਗ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਇਲੈਕਟ ਕਰ ਦਿੰਦੇ ਆ ਪ੍ਰੈਜ਼ੀਡੈਂਟ। ਕਿਸ ਚੀਜ਼ ਦਾ ਪ੍ਰੈਜ਼ੀਡੈਂਟ ਜੀ? ਪ੍ਰੈਜ਼ੀਡੈਂਟ ਆਫ ਦਿਸ ਅਸੈਂਬਲੀ। ਜਿਹੜੀ ਇਹ ਅਸੈਂਬਲੀ ਹੈ ਇਹਦੇ ਇੱਕ ਚੇਅਰਮੈਨ ਹੋਊਗਾ, ਇੱਕ ਤਾਂ ਆਪਣੇ ਕੋਲ ਪ੍ਰੈਜ਼ੀਡੈਂਟ ਹੋਊਗਾ। ਉਹ ਉਸ ਟਾਈਮ 'ਤੇ ਕੌਣ ਸੀਗਾ? ਡਾਕਟਰ ਰਾਜਿੰਦਰ ਪ੍ਰਸਾਦ। ਠੀਕ ਹੈ, ਜਿਨ੍ਹਾਂ ਦੀ ਨਿਗਰਾਨੀ ਦੇ ਅੰਦਰ ਸਾਰਾ ਜਿਹੜਾ ਸੰਵਿਧਾਨ ਦਾ ਕੰਮ ਸੀ ਉਹ ਚੱਲਣਾ ਸੀ। ਉਸ ਤੋਂ ਬਾਅਦ 29 ਅਗਸਤ 1947 ਨੂੰ ਇੱਕ ਡਰਾਫਟਿੰਗ ਕਮੇਟੀ ਬਣਾਈ ਜਾਂਦੀ ਹੈ BR ਅੰਬੇਦਕਰ ਦੇ ਅੰਦਰ। ਜਿਹੜੇ ਡਾਕਟਰ BR ਅੰਬੇਦਕਰ ਆ, ਠੀਕ ਹੈ, ਉਹਨਾਂ ਨੂੰ ਬੋਲਿਆ ਜਾਂਦਾ ਫਾਦਰ ਆਫ ਇੰਡੀਅਨ ਕੌਂਸਟੀਟਿਊਸ਼ਨ। 4 ਨਵੰਬਰ 1947 ਨੂੰ ਜਿਹੜਾ ਡਰਾਫਟ ਕੌਂਸਟੀਟਿਊਸ਼ਨ ਹੈ ਉਹ ਸਬਮਿਟ ਕੀਤਾ ਜਾਂਦਾ ਹੈ। ਠੀਕ ਹੈ, ਜਿਹਨੂੰ ਤੁਸੀਂ ਇੱਦਾਂ ਬੋਲ ਲਓ ਕਿ ਫਾਈਨਲ ਨਹੀਂ ਹੁੰਦਾ ਉਹ। ਠੀਕ ਹੈ, ਇੱਕ ਆਪਣੇ ਕੋਲ ਕਹਿ ਲਓ ਡਰਾਫਟ ਹੈ ਜਿਹੜਾ ਉਹ ਬਣਾ ਕੇ, ਇੱਕ ਬਲੂ ਪ੍ਰਿੰਟ ਹੈ ਜਿਹੜਾ ਉਹ ਆਪਣੇ ਬਣਾ ਕੇ ਉਹਨਾਂ ਨੇ ਸਬਮਿਟ ਕਰਤਾ ਸੀ। ਔਰ ਨਵੰਬਰ 26 1949 ਨੂੰ ਕੀ ਕੀਤਾ ਗਿਆ? ਉਹ ਡਰਾਫਟਿੰਗ ਨੂੰ ਕੰਪਲੀਟ ਕੀਤਾ ਗਿਆ। ਤੇ 24 ਜਨਵਰੀ 1950 ਨੂੰ ਜਿਹੜਾ ਹੈਂਡ ਰਿਟਨ ਕੌਂਸਟੀਟਿਊਸ਼ਨ ਹੈ ਉਹਦੇ ਸਿਗਨੇਚਰਸ ਹੁੰਦੇ ਆ। ਤੇ 26 ਜਨਵਰੀ 1950 ਨੂੰ ਜਿਹੜਾ ਇਹ ਪੂਰਾ ਦਾ ਪੂਰਾ ਸੰਵਿਧਾਨ ਹੈ ਉਹਨੂੰ ਅਸੀਂ ਲੀਗਲੀ ਐਨਫੋਰਸ ਕਰ ਦਿੰਦੇ ਹਾਂ। ਠੀਕ ਹੈ, ਤੇ ਟੋਟਲ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਦਾ ਹੈ। ਤੇ 2000 ਤਕਰੀਬਨ ਆਪਣੇ ਕੋਲ ਅਮੈਂਡਮੈਂਟਸ ਹੋ ਚੁੱਕੀਆਂ ਹੁੰਦੀਆਂ ਜਦੋਂ ਤੱਕ ਇਹ ਜਿਹੜਾ ਫਾਈਨਲ ਬਣ ਕੇ ਤਿਆਰ ਹੁੰਦਾ ਹੈ। ਠੀਕ ਹੈ, ਤਾਂ ਹੁਣ ਅਸੀਂ ਇਸੇ ਟਾਈਮਲਾਈਨ ਨੂੰ ਬਹੁਤ ਡਿਟੇਲ 'ਚ ਦੇਖਾਂਗੇ। ਹਾਂਜੀ, ਅਗਰ ਅਸੀਂ ਆਪਣੀ ਕੌਂਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਭਾਰਤ ਦੇ ਸੰਵਿਧਾਨ ਦੀ ਗੱਲ ਕਰਦੇ ਹਾਂ, ਉਹਦਾ ਜਿਹੜਾ ਆਪਣੇ ਕੋਲ ਆਈਡੀਆ ਹੈ, ਠੀਕ ਹੈ, ਕਿ ਜਿਹੜਾ ਭਾਰਤ ਦਾ ਸੰਵਿਧਾਨ ਉਹ ਬਣਾਇਆ ਜਾਊਗਾ ਤੇ ਇੱਕ ਬੋਡੀ ਦੁਆਰਾ ਬਣਾਇਆ ਜਾਊਗਾ, ਉਹ ਹੋਊਗੀ ਜੀ ਕੌਂਸਟੀਟਿਊਟ ਅਸੈਂਬਲੀ। ਇਹ ਜਿਹੜਾ ਆਈਡੀਆ ਸੀ ਕੌਂਸਟੀਟਿਊਐਂਟ ਅਸੈਂਬਲੀ ਬਣਾਉਣ ਦਾ, ਇਹ MN ਰॉय ਨੇ ਦਿੱਤਾ ਸੀ ਇਨ 1934। 1934 ਦੇ ਵਿੱਚ ਪਹਿਲੀ ਵਾਰ ਇਹ ਜਿਹੜੀ ਗੱਲ ਹੈ ਉਹ MN ਰॉय ਦੇ ਦੁਆਰਾ ਕਹੀ ਗਈ ਸੀ ਕਿ ਕਿਉਂ ਨਾ ਅਸੀਂ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਬਣਾਈਏ ਜੋ ਭਾਰਤ ਦਾ ਜਿਹੜਾ ਸੰਵਿਧਾਨ ਆ ਉਹ ਬਣਾਊਗੀ। ਫਿਰ 1935 ਦੇ ਵਿੱਚ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਉਹਨਾਂ ਨੇ ਅਫੀਸ਼ੀਅਲੀ ਬ੍ਰਿਟਿਸ਼ ਗਵਰਨਮੈਂਟ ਦੇ ਕੋਲ ਇਹ ਡਿਮਾਂਡ ਰੱਖੀ ਕਿ ਅਸੀਂ ਆਪਣੀ ਇੱਕ ਕੌਂਸਟੀਟਿਊਐਂਟ ਅਸੈਂਬਲੀ ਜਿਹੜੀ ਉਹ ਤਿਆਰ ਕਰਨੀ ਹੈ। ਤੇ 1938 ਦੇ ਵਿੱਚ ਜਾ ਕੇ ਨਹਿਰੂ ਜੀ ਨੇ ਇਹ ਡਿਕਲੇਅਰ ਕੀਤਾ ਸੀ ਕਿ ਅਸੀਂ ਕੋਈ ਵੀ ਆਊਟਸਾਈਡ ਇੰਟਰਫੇਰੈਂਸ ਨਹੀਂ ਸਾਨੂੰ ਚਾਹੀਦੀ, ਅਸੀਂ ਆਪਣੇ ਆਪ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਬਣਾਵਾਂਗੇ। ਠੀਕ ਹੈ, ਬਿਨਾਂ ਕਿਸੇ ਆਊਟਸਾਈਡ ਇੰਟਰਫੇਰੈਂਸ ਦੇ ਉੱਤੇ ਭਾਰਤ ਦਾ ਸੰਵਿਧਾਨ ਜਿਹੜਾ ਉਹ ਲਿਖਿਆ ਜਾਊਗਾ ਔਰ ਐਡਲਟ ਫਰੈਂਚਾਈਜ਼ ਦੇ ਬੇਸਿਸ 'ਤੇ ਲਿਖਿਆ ਜਾਊਗਾ। ਹੁਣ ਇਹ 2 ਪੁਆਇੰਟ ਨਿਕਲ ਕੇ ਆਉਂਦੇ ਆ। ਆਊਟਸਾਈਡ ਇੰਟਰਫੇਰੈਂਸ, ਕਿ ਸਾਨੂੰ ਆਊਟਸਾਈਡ ਇੰਟਰਫੇਰੈਂਸ ਨਹੀਂ ਚਾਹੀਦੀ। ਇਹਦਾ ਇੱਥੇ ਕੀ ਮਤਲਬ ਹੈ? ਦੇਖੋ, ਅਸੀਂ ਪਿਛਲੀ 2 ਵੀਡੀਓਜ਼ ਦੇ ਵਿੱਚ ਇਹ ਚੀਜ਼ ਕਵਰ ਕੀਤੀ ਹੈ ਕਿ ਬਹੁਤ ਸਾਰੇ ਐਕਟਸ ਆਏ ਸੀ। ਠੀਕ ਹੈ, ਚਾਹੇ ਆਪਾਂ ਕੰਪਨੀ ਰੂਲ ਦੀ ਗੱਲ ਕਰੀਏ, ਚਾਹੇ ਆਪਾਂ ਕਰਾਊਨ ਰੂਲ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਬਹੁਤ ਸਾਰੇ ਐਕਟਸ ਆਏ ਸੀ। ਹੁਣ ਉਹ ਐਕਟਸ ਕਿਹਨੇ ਬਣਾਏ ਸੀ?
अगर आप उन्हें एक्ट्स की गल करिए, वो एक्ट्स बनाए जाते हैं बाय द ब्रिटिश गवर्नमेंट। ठीक है, वो अपने को ब्रिटिश गवर्नमेंट के द्वारा बनाए गए सी। किन्हां दे लई बनाए गए सी? वो बनाए गए सी इंडियंस नूं गवर्न करन दे लई। ठीक है, इंडियंस नूं कंट्रोल करन दे लई, इंडिया दे विच लॉ एंड ऑर्डर नूं कंट्रोल करन दे लई बाहर दी सरकार आ जिहड़ी ओह जिहड़े कानून आ बना बना के इत्थे भेज रही है। इदां ही हो रहा सी। इट मीनस कि जिस एरिए नूं गवर्न किया जा रहा है उत्थों दे लोकां दा उहदे विच कोई से नहीं हैगा। बाहरों कोई जिहड़ी गवर्नमेंट आ वो बना बना के एक्ट इत्थे लागू करी जा रही है। तो इसी चीज़ नूं उन्होंने कहा सी कि सानू अगर असी अपना भारत का संविधान बनाना है, सानू कोई भी आउटसाइड इंटरफेरेंस नहीं चाहिए। ये जिहड़े इंडियंस आ वो अपना संविधान खुद ही बनाउणगे कॉन्स्टिट्यूएंट असैंबली बनाउण तो बाद। और जिहड़ी कॉन्स्टिट्यूएंट असैंबली है वो बनूगी ऑन द बेसिस ऑफ एडल्ट फ्रेंचाइज। आपां पढ़िया सी गवर्नमेंट ऑफ इंडिया एक्ट 1935 दे विच की कहा गया सी, लिमिटेड फ्रेंचाइज दी गई सी। लगभग 10% जिहड़ी पॉपूलेशन सी उस टाइम दे उत्ते उन्हां कोल वोटिंग राइट सीगे, बाकियां कोल वोटिंग राइट नहीं सी। जदों कि नेहरू जी ने गल करी सी कि जिहड़े वोटिंग राइट है वो सारिਆਂ ਨੂੰ होणगे, एडल्ट फ्रेंचाइज होगी। इट मीनस 18 साल तो जिन्ने भी परसनस ਦਾ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਊਗਾ। ਤੇ ਇਹਦੇ ਬੇਸਿਸ ਦੇ ਉੱਤੇ ਇੱਕ ਅਸੈਂਬਲੀ ਬਣਨੀ ਸੀ ਔਰ ਅਸੈਂਬਲੀ ਦੇ ਵਿੱਚ ਕੋਈ ਵੀ ਆਊਟਸਾਈਡਰ ਨਹੀਂ ਹੋਊਗਾ, ਸਾਰੇ ਹੀ ਇੰਡੀਅਨਸ ਹੋਣਗੇ ਜੋ ਸੰਵਿਧਾਨ ਬਣਾਉਣਗੇ। ਠੀਕ ਹੈ, ਤੇ 1940 ਦੇ ਵਿੱਚ ਫਿਰ ਜਿਹੜਾ ਅਗਸਤ ਆਫਰ ਆਉਂਦਾ ਹੈ ਉਹਨੇ ਕੌਂਸਟੀਟਿਊਸ਼ਨ ਜਿਹੜੀ ਬਣਾਉਣ ਦੀ ਡਿਮਾਂਡ ਹੈ ਉਹਨੂੰ ਮੰਨ ਲਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ 1942 ਦੇ ਵਿੱਚ ਜਿਹੜਾ ਕ੍ਰਿਪਸ ਮਿਸ਼ਨ ਆਉਂਦਾ ਹੈ, ਕ੍ਰਿਪਸ ਮਿਸ਼ਨ ਇੱਕ ਡਰਾਫਟ ਪ੍ਰਪੋਜ਼ਲ ਲੈ ਕੇ ਆਉਂਦਾ ਹੈ ਕਿ ਜਿਹੜਾ ਇੱਕ ਕੌਂਸਟੀਟਿਊਸ਼ਨ ਹੈ ਉਹ ਕਿੱਦਾਂ ਬਣਾਇਆ ਜਾਊਗਾ ਅਤੇ ਉਹਨੂੰ ਅਡੋਪਟ ਕੀਤਾ ਜਾਊਗਾ ਵਰਲਡ ਵਾਰ 2 ਦੇ ਖਤਮ ਹੋਣ ਤੋਂ ਬਾਅਦ। ਜਦੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਸੀ ਉਹਦੇ ਵਿੱਚ ਜਿਹੜਾ ਆਪਣੇ ਕੋਲ ਕ੍ਰਿਪਸ ਮਿਸ਼ਨ ਹੈ ਉਹ ਭੇਜਿਆ ਜਾਂਦਾ ਹੈ। ਕ੍ਰਿਪਸ ਮਿਸ਼ਨ ਕਹਿੰਦਾ ਹੈ ਕਿ ਇੱਕ ਵਾਰ ਜਿਹੜੀ ਇਹ ਦੂਜਾ ਵਿਸ਼ਵ ਯੁੱਧ ਹੈ ਵਰਲਡ ਵਾਰ 2 ਹੈ ਉਹ ਖਤਮ ਹੋ ਜਾਵੇ, ਉਸ ਤੋਂ ਬਾਅਦ ਅਸੀਂ ਜਿਹੜਾ ਸੰਵਿਧਾਨ ਹੈ ਉਹ ਇੱਥੇ ਬਣਾ ਦਾਂਗੇ। ਠੀਕ ਹੈ, ਫਰੇਮ ਕਰ ਦਾਂਗੇ। ਠੀਕ ਹੈ, ਬਟ ਇਸ ਚੀਜ਼ ਨੂੰ ਰਿਜੈਕਟ ਕੀਤਾ ਗਿਆ ਸੀ ਮੁਸਲਿਮ ਲੀਗ ਦੁਆਰਾ। ਮੁਸਲਿਮ ਲੀਗ ਨੇ ਕਿਉਂ ਰਿਜੈਕਟ ਕੀਤਾ ਸੀ ਕ੍ਰਿਪਸ ਮਿਸ਼ਨ ਨੂੰ? ਕਿਉਂਕਿ ਉਹ ਤਾਂ ਇੱਕ ਹੀ ਡਿਮਾਂਡ ਕਰ ਰਹੀ ਸੀ ਕਿ ਸਾਨੂੰ ਇੱਕ ਅਲੱਗ ਕੰਟਰੀ ਦਿੱਤੀ ਜਾਵੇ ਜੋ ਹੈਗਾ ਜੀ ਪਾਕਿਸਤਾਨ। ਪਾਕਿਸਤਾਨ ਬਣਾਇਆ ਜਾਵੇ, ਇਸ ਕਰਕੇ ਉਹਨਾਂ ਨੇ ਕ੍ਰਿਪਸ ਮਿਸ਼ਨ ਨੂੰ ਕੀ ਕੀਤਾ? ਰਿਜੈਕਟ ਕੀਤਾ। ਠੀਕ ਹੈ, ਫਿਰ 1946 ਦੇ ਵਿੱਚ ਕੀ ਹੁੰਦਾ ਹੈ? ਕੌਂਸਟੀਟਿਊਐਂਟ ਅਸੈਂਬਲੀ ਬਣਾਈ ਜਾਂਦੀ ਹੈ। ठीक है, कॉन्स्टिट्यूएंट असैंबली बनाई जाती है इन नवंबर 1946। और किहड़ी स्कीम के अंदर ये इंपॉर्टेंट क्वेश्चन है जी, कैबिनेट मिशन प्लान के अंदर। ठीक है, कॉन्स्टिट्यूएंट असैंबली का गठन किया जाता है। हुण एक अपने कोल अगेन 1946 दे विच प्लान आया सी जिन्हों आपां कैबिनेट मिशन प्लान बोलते हैं। कैबिनेट मिशन प्लान एक स्कीम लेके आया सी कि किद्दां जिहड़ी कॉन्स्टिट्यूएंट असैंबली है वह बनाई जाऊगी। ठीक है, तो उहदे अकॉर्डिंग कैबिनेट मिशन प्लान की कहता है? कैबिनेट मिशन प्लान कहता है कि जिहड़ी ये बॉडी है ये टोटल 389 ਮੈਂਬਰਸ ਹੋਣਗੇ। ਉਹਨਾਂ 389 ਮੈਂਬਰਸ ਦੇ ਵਿੱਚੋਂ 296 ਆਉਣਗੇ ਬ੍ਰਿਟਿਸ਼ ਇੰਡੀਆ ਤੋਂ ਔਰ ਬਾਕੀ 93 ਆਉਣਗੇ ਪ੍ਰਿੰਸਲੀ ਸਟੇਟਸ ਤੋਂ। ਹੁਣ ਇਹ ਦੋਹੇ ਕੀ ਹੈ? ਦੇਖੋ ਉਸ ਟਾਈਮ ਦੇ ਉੱਤੇ ਅਗਰ ਆਪਾਂ 1947 ਦੀ ਗੱਲ ਕਰੀਏ ਤਾਂ ਭਾਰਤ ਹੈ ਜਿਹੜਾ ਉਹ 2 ਹਿੱਸਿਆਂ ਵਿੱਚ ਵੰਡਿਆ ਹੁੰਦਾ ਸੀ। ਠੀਕ ਹੈ, ਕੁਛ ਇੱਦਾਂ ਦੇ ਪ੍ਰੋਵਿੰਸਿਸ ਆਉਂਦੇ ਸੀ ਜੋ ਡਾਇਰੈਕਟਲੀ ਕੰਟਰੋਲ ਕੀਤੇ ਜਾਂਦੇ ਸੀ ਬ੍ਰਿਟਿਸ਼ਰਸ ਦੇ ਦੁਆਰਾ, ਜੋ ਬ੍ਰਿਟਿਸ਼ਰਸ ਦੇ ਡਾਇਰੈਕਟ ਕੰਟਰੋਲ ਦੇ ਅੰਦਰ ਸੀਗੇ। ਉਹਨਾਂ ਪ੍ਰੋਵਿੰਸਿਸ ਨੂੰ ਅਸੀਂ ਬੋਲਦੇ ਸੀ ਬ੍ਰਿਟਿਸ਼ ਇੰਡੀਆ ਦਾ ਪਾਰਟ। ਠੀਕ ਹੈ, ਪਰ ਕੁਛ ਇੱਦਾਂ ਦੀ ਆਪਣੇ ਕੋਲ ਸਟੇਟਸ ਵੀ ਸੀਗੀਆਂ ਜੋ ਬ੍ਰਿਟਿਸ਼ਰਸ ਦੇ ਡਾਇਰੈਕਟਲੀ ਕੰਟਰੋਲ 'ਚ ਨਹੀਂ ਸੀ ਆਉਂਦੀਆਂ, ਇਨਡਾਇਰੈਕਟਲੀ ਬ੍ਰਿਟਿਸ਼ਰਸ ਉਹਨਾਂ ਪਰ ਕੰਟਰੋਲ ਕਰਦੇ ਸੀ। ਇਟ ਮੀਨਸ ਕਿ ਉਹਨਾਂ ਏਰੀਆਜ਼ ਦੇ ਵਿੱਚ ਜਿਹੜੇ ਪ੍ਰਿੰਸਿਸ ਹੁੰਦੇ ਸੀ ਉਹ ਰੂਲ ਕਰਦੇ ਸੀ। ਠੀਕ ਹੈ, ਬਟ ਉਹਨਾਂ ਨੂੰ ਓਵਰਰੂਲ ਕੌਣ ਕਰਦਾ ਸੀ? ਬ੍ਰਿਟਿਸ਼ ਗਵਰਨਮੈਂਟ। ਠੀਕ ਹੈ, ਤਾਂ ਜਿਹੜਾ ਉਸ ਟਾਈਮ ਦੇ ਉੱਤੇ ਇੰਡੀਆ ਦੀ ਟੈਰੀਟਰੀ ਸੀਗੀ ਉਹ 2 ਹਿੱਸਿਆਂ 'ਚ ਵੰਡੀ ਹੋਈ ਸੀ। ਉਹਦੇ ਵਿੱਚ ਕੁਛ ਤਾਂ ਸੀਗੇ ਆਪਣੇ ਕੋਲ ਬ੍ਰਿਟਿਸ਼ ਇੰਡੀਅਨ ਸਟੇਟਸ ਔਰ ਕੁਛ ਸੀਗੀਆਂ ਆਪਣੇ ਕੋਲ ਪ੍ਰਿੰਸਲੀ ਸਟੇਟਸ। ਠੀਕ ਹੈ, ਅਤੇ ਉਹਨਾਂ ਦੇ ਵਿੱਚੋਂ ਹੁਣ ਆਪਾਂ ਨੇ ਸਿਲੈਕਟ ਕਰਕੇ ਕੀ ਬਣਾਉਣੀ ਸੀ? ਕੌਂਸਟੀਟਿਊਟ ਅਸੈਂਬਲੀ ਬਣਾਉਣੀ ਸੀ। ਤਾਂ ਟੋਟਲ ਕੌਂਸਟੀਟਿਊਟ ਅਸੈਂਬਲੀ ਦੇ ਜਿਹੜੇ 389 ਮੈਂਬਰ ਸੀ ਉਹਨਾਂ ਦੇ ਵਿੱਚੋਂ 296 ਆਉਣੇ ਸੀ ਬ੍ਰਿਟਿਸ਼ ਇੰਡੀਆ ਤੋਂ ਔਰ 93 ਆਉਣੇ ਸੀ ਪ੍ਰਿੰਸਲੀ ਸਟੇਟਸ ਤੋਂ। ਠੀਕ ਹੈ, ਅਗਰ ਆਪਾਂ ਪ੍ਰਿੰਸਲੀ ਸਟੇਟਸ ਦੀ ਗੱਲ ਕਰੀਏ ਪ੍ਰਿੰਸਲੀ ਸਟੇਟਸ ਦੇ ਵਿੱਚ ਤਾਂ ਨੋਮੀਨੇਸ਼ਨ ਹੋਊਗੀ, ਜਿਹੜਾ ਉਸ ਇੱਕ ਪ੍ਰਿੰਸਲੀ ਸਟੇਟ ਦਾ ਹੈੱਡ ਹੈ ਉਹ ਨੋਮੀਨੇਟ ਕਰੂਗਾ ਜੀ ਮੈਂਬਰਸ ਨੂੰ। ਅਗਰ ਆਪਾਂ ਬ੍ਰਿਟਿਸ਼ ਇੰਡੀਆ ਦੀ ਗੱਲ ਕਰੀਏ, ਬ੍ਰਿਟਿਸ਼ ਇੰਡੀਆ ਦੇ ਵਿੱਚ 11 ਪ੍ਰੋਵਿੰਸਿਸ ਆਉਂਦੇ ਸੀ ਅਤੇ 4 ਚੀਫ ਕਮਿਸ਼ਨਰੇਟਸ ਆਉਂਦੇ ਸੀ। ਹੁਣ ਇਹਨਾਂ ਦਾ ਕੀ ਮਤਲਬ ਹੈ? ਦੇਖੋ, ਇੱਕ ਉਸ ਟਾਈਮ ਦੇ ਉੱਤੇ ਸੈਂਟਰ ਹੁੰਦਾ ਸੀ ਜਿੱਥੇ ਆਪਣੇ ਕੋਲ ਬ੍ਰਿਟਿਸ਼ ਗਵਰਨਮੈਂਟ ਰੂਲ ਕਰਦੀ ਹੈ, ਵਾਇਸਰਾਏ ਰੂਲ ਕਰਦਾ। ਠੀਕ ਹੈ, ਔਰ ਉਹਨਾਂ ਦੇ ਅੰਦਰ ਬਹੁਤ ਸਾਰੇ ਪ੍ਰੋਵਿੰਸਿਸ ਆਉਂਦੇ ਸੀ। ਠੀਕ ਹੈ, ਜਿਹੜੀਆਂ ਜਿੱਦਾਂ ਸਾਡਾ ਅੱਜ ਦਾ ਸਿਸਟਮ ਹੈ ਨਾ ਕਿ ਸੈਂਟਰ ਔਰ ਆਪਣੇ ਕੋਲ ਸਟੇਟਸ ਦੇ ਵਿੱਚ ਜਿਹੜਾ ਆਪਣੇ ਕੋਲ ਪੂਰਾ ਦਾ ਪੂਰਾ ਐਡਮਿਨਿਸਟ੍ਰੇਸ਼ਨ ਆ ਉਹ ਡਿਵਾਈਡ ਹੋਇਆ ਵਾ। ਠੀਕ ਹੈ, ਉੱਦਾਂ ਹੀ ਉਸ ਟਾਈਮ ਦੇ ਉੱਤੇ ਸੈਂਟਰ ਅਤੇ ਪ੍ਰੋਵਿੰਸਿਸ ਦੇ ਵਿੱਚ ਪੂਰਾ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਉਹ ਡਿਵਾਈਡ ਹੋਇਆ ਵਾ ਸੀ। ਸੈਂਟਰ ਲੈਵਲ ਦੇ ਉੱਤੇ ਵਾਇਸਰਾਏ ਕੰਮ ਕਰ ਰਿਹਾ ਔਰ ਸਟੇਟ ਲੈਵਲ ਦੇ ਉੱਤੇ ਪ੍ਰੋਵਿੰਸਿਸ ਲੈਵਲ ਦੇ ਉੱਤੇ ਗਵਰਨਰਸ ਕੰਮ ਕਰ ਰਹੇ। ਟਾਈਮ ਉੱਤੇ 11 ਗਵਰਨਰ ਪ੍ਰੋਵਿੰਸਿਸ ਸੀਗੇ ਔਰ ਨਾਲ ਦੇ ਨਾਲ ਜਿੱਦਾਂ ਅੱਜ ਦਾ ਸਾਡਾ ਯੂਟੀਜ਼ ਹੈ
ਜੋ ਡਾਇਰੈਕਟਲੀ ਜਿਹੜੀ ਸੈਂਟਰ ਦੇ ਕੰਟਰੋਲ 'ਚ ਆਉਂਦੀਆਂ ਉਸ ਟਾਈਮ ਦੇ ਉੱਤੇ 4 ਚੀਫ ਕਮਿਸ਼ਨਰੇਟ ਸੀ। ਅੱਜ ਦੀਆਂ ਯੂਟੀਜ਼ ਨੂੰ ਉਸ ਟਾਈਮ ਉੱਤੇ ਚੀਫ ਕਮਿਸ਼ਨਰੇਟਸ ਬੋਲਿਆ ਜਾਂਦਾ ਸੀ, ਠੀਕ। ਤਾਂ ਇੱਦਾਂ ਜਿਹੜਾ ਪੂਰਾ ਦਾ ਪੂਰਾ ਬ੍ਰਿਟਿਸ਼ ਇੰਡੀਆ ਉਹ ਡਿਵਾਈਡ ਹੋਇਆ ਵਾ ਸੀ। ਅਗਰ ਬ੍ਰਿਟਿਸ਼ ਇੰਡੀਆ ਦੇ 296 ਸੀਟ ਸੀਗੀਆਂ, ਜਿਹਦੇ ਵਿੱਚੋਂ 292 ਆਉਣੀਆਂ ਸੀਗੀਆਂ ਪ੍ਰੋਵਿੰਸਿਸ ਦੇ ਵਿੱਚੋਂ ਅਤੇ 4 ਆਉਣੀਆਂ ਸੀ ਚੀਫ ਕਮਿਸ਼ਨਰੇਟਸ ਦੇ ਵਿੱਚੋਂ। ਔਰ ਹੁੰਦਾ ਕੀ ਹੈ, ਔਰ ਇਹਦੇ ਵਿੱਚ ਆਪਣੇ ਕੋਲ ਪ੍ਰੋਵੀਜ਼ਨ ਹੁੰਦੀ ਹੈ ਜੀ ਇਨਡਾਇਰੈਕਟ ਇਲੈਕਸ਼ਨਸ ਦੀ। ਡਾਇਰੈਕਟ ਇਲੈਕਸ਼ਨਸ ਨਹੀਂ ਹੁੰਦੀਆਂ, ਇਨਡਾਇਰੈਕਟ ਇਲੈਕਸ਼ਨਸ ਹੁੰਦੀਆਂ। ਹੁਣ ਇਨਡਾਇਰੈਕਟ ਇਲੈਕਸ਼ਨਸ ਦਾ ਮਤਲਬ ਕੀ ਹੈ ਕਿ ਬਿਲਕੁਲ ਲੋਅਰ ਲੈਵਲ ਦੇ ਉੱਤੇ ਜਿਹੜੀ ਜਨਰਲ ਪਬਲਿਕ ਹੈ ਉਹ ਵੋਟਿੰਗ ਕਰੂਗੀ ਅਤੇ ਰਿਪਰੈਜ਼ੈਂਟੇਟਿਵਸ ਨੂੰ ਚੂਜ਼ ਕੀਤਾ ਜਾਊਗਾ, ਚੁਣਿਆ ਜਾਊਗਾ। ਹੁਣ ਜਿਹੜੇ ਇਹ ਰਿਪਰੈਜ਼ੈਂਟੇਟਿਵਸ ਚੁਣ ਕੇ ਆਏ ਆ, ਇਹ ਅੱਗੇ ਚੁਣਨਗੇ ਜੀ ਕੌਂਸਟੀਟਿਊਐਂਟ ਅਸੈਂਬਲੀ ਨੂੰ। ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦੀ ਹਾਂ। ਦੇਖੋ ਜੀ, ਇੱਥੇ ਤਾਂ ਹੈਗੇ ਹੈ ਜਨਰਲ ਪਬਲਿਕ, ਠੀਕ ਹੈ, ਆਮ ਜਨਤਾ ਜੋ ਵੋਟਿੰਗ ਕਰੂਗੀ। ਔਰ ਇਹ ਜਿਹੜੀ ਆਮ ਜਨਤਾ ਹੈ ਇਹ ਆਪਣੇ ਪ੍ਰਤੀਨਿਧੀ ਚੁਣੂਗੀ, ਰਿਪਰੈਜ਼ੈਂਟੇਟਿਵ ਚੁਣੂਗੀ। ਅਤੇ ਜਿਹੜੇ ਇਹ ਰਿਪਰੈਜ਼ੈਂਟੇਟਿਵ ਚੁਣੇ ਗਏ ਹੈ, ਇਹ ਅੱਗੇ ਜਾ ਕੇ ਕਿਹਨੂੰ ਚੁਣਨਗੇ? ਇਹ ਅੱਗੇ ਜਾ ਕੇ ਚੁਣਨਗੇ ਕੌਂਸਟੀਟਿਊਐਂਟ ਅਸੈਂਬਲੀ ਦੇ ਮੈਂਬਰਸ ਨੂੰ। ਇਸ ਤਰ੍ਹਾਂ ਇਨਡਾਇਰੈਕਟਲੀ ਜਿਹੜੀ ਉਸ ਦੇਸ਼ ਦੀ ਜਨਤਾ ਹੈ, ਸਾਡੇ ਦੇਸ਼ ਦੀ ਜਨਤਾ ਹੈ, ਉਹਨੇ ਚੁਣੀ ਸੀ ਕੌਂਸਟੀਟਿਊਐਂਟ ਅਸੈਂਬਲੀ ਦੇ ਮੈਂਬਰਸ ਨੂੰ। ਇਨਡਾਇਰੈਕਟਲੀ, ਡਾਇਰੈਕਟਲੀ ਨਹੀਂ ਚੁਣਿਆ ਗਿਆ ਸੀ। ਹੁਣ ਜਦੋਂ ਇਲੈਕਸ਼ਨਸ ਹੁੰਦੀਆਂ, ਇਲੈਕਸ਼ਨਸ ਦੇ ਵਿੱਚ ਇਹ 296 ਸੀਟਾਂ ਦੇ ਵਿੱਚ ਕੀ ਹੁੰਦਾ ਹੈ, 208 ਸੀਟਾਂ ਜਾਂਦੀਆਂ ਜੀ ਇੰਡੀਅਨ ਨੈਸ਼ਨਲ ਕਾਂਗਰਸ ਕੋਲ, 73 ਜਾਂਦੀਆਂ ਮੁਸਲਿਮ ਲੀਗ ਕੋਲ ਅਤੇ 15 ਜਾਂਦੀਆਂ ਇੰਡੀਪੈਂਡੈਂਟ ਕੋਲ। ਇੱਦਾਂ ਕਰਕੇ ਜਿਹੜੀਆਂ ਇਹ 296 ਸੀਟਾਂ ਉਹਨਾਂ ਨੂੰ ਇਲੈਕਸ਼ਨਸ ਦੇ ਨਾਲ ਫਿਲ ਕੀਤਾ ਜਾਂਦਾ ਹੈ। ਤਾਂ ਅਗਰ ਆਪਾਂ ਦੇਖੀਏ ਕੌਂਸਟੀਟਿਊਐਂਟ ਅਸੈਂਬਲੀ ਬਾਰੇ, ਇਹ ਪਾਰਟਲੀ ਇਲੈਕਟਡ ਅਤੇ ਪਾਰਟਲੀ ਨੋਮੀਨੇਟਡ ਬੋਡੀ ਸੀ। ਪਤਾ ਹੀ ਲੱਗ ਰਿਹਾ ਹੈ, ਕਿਉਂਕਿ ਜਿਹੜੀਆਂ ਵੀ ਸੀਟਸ ਬ੍ਰਿਟਿਸ਼ ਇੰਡੀਆ ਦੇ ਕੋਲ ਸੀਗੀਆਂ ਉਹ ਤਾਂ ਇਲੈਕਸ਼ਨਸ ਦੇ ਨਾਲ ਆ ਰਹੀਆਂ ਸੀ, ਔਰ ਇਲੈਕਸ਼ਨ ਵੀ ਕਿਹੜੀ? ਇਨਡਾਇਰੈਕਟ ਇਲੈਕਸ਼ਨ, ਠੀਕ ਹੈ ਜੀ। ਔਰ ਜਿਹੜੀਆਂ ਪ੍ਰਿੰਸਲੀ ਸਟੇਟਸ ਕੋਲ ਸੀਗੀਆਂ ਉੱਥੋਂ ਜਿਹੜੇ ਮੈਂਬਰਸ ਆ ਰਹੇ ਆ ਉਹ ਨੋਮੀਨੇਟ ਹੋ ਕੇ ਆ ਰਹੇ ਆ। ਇਸ ਕਰਕੇ ਇਹ ਪਾਰਟਲੀ ਇਲੈਕਟਡ ਅਤੇ ਪਾਰਟਲੀ ਨੋਮੀਨੇਟਡ ਬੋਡੀ ਸੀ। ਇਹ ਜਿਹੜਾ ਕੁਐਸਚਨ ਹੈ ਇਹ UPSC ਨੇ ਪ੍ਰੀ ਦੇ ਵਿੱਚ 2013 ਵਿੱਚ ਪੁੱਛਿਆ ਹੋਇਆ ਹੈ। ਤਾਂ ਇਹਨਾਂ ਫੈਕਟਸ ਨੂੰ ਯਾਦ ਰੱਖਿਆ ਕਰੋ ਜਦੋਂ ਪੜ੍ਹਾਇਆ ਜਾਂਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਆਪਾਂ ਹੋਰ ਗੱਲ ਕਰੀਏ, ਜਿਹੜੀ ਇਹ ਕੌਂਸਟੀਟਿਊਐਂਟ ਅਸੈਂਬਲੀ ਸੀ, ਇਹਦੇ ਵਿੱਚ ਸਾਰੇ ਸੈਕਸ਼ਨ ਸੀਗੇ ਇੰਡੀਆ ਸੁਸਾਇਟੀ ਦੇ ਜਿਨ੍ਹਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਗਈ ਸੀ। ਕੋਈ ਵੀ ਸੈਕਸ਼ਨ ਇਹੋ ਜਿਹਾ ਨਹੀਂ ਸੀ ਜਿਹਨੂੰ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਰਿਪਰੈਜ਼ੈਂਟੇਸ਼ਨ ਨਾ ਹੋਵੇ। ਇਟ ਮੀਨਸ ਅਗਰ ਆਪਾਂ ਰਿਲੀਜਨ ਦੀ ਗੱਲ ਕਰੀਏ, ਸਾਰੇ ਧਰਮਾਂ ਦੇ ਲੋਕ ਹੈ ਜਿਹੜੇ ਉਹ ਉੱਥੇ ਸ਼ਾਮਲ ਸੀ ਇੱਕ ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ। ਕੌਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਿੱਖ ਮੈਂਬਰ ਵੀ ਪਾਏ ਜਾਂਦੇ ਆ, ਮੁਸਲਿਮ ਮੈਂਬਰ ਵੀ ਪਾਏ ਜਾਂਦੇ ਆ, ਐਂਗਲੋ ਇੰਡੀਅਨਸ, ਕ੍ਰਿਸਚਨਸ, SC ST ਐਂਡ ਵੂਮੈਨ ਨੂੰ ਵੀ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਉਹ ਪ੍ਰੋਵਾਈਡ ਕੀਤੀ ਗਈ ਸੀ ਇਨ ਦਾ ਕੌਂਸਟੀਟਿਊਐਂਟ ਅਸੈਂਬਲੀ, ਠੀਕ ਹੈ ਜੀ। ਫਿਰ ਹੁੰਦਾ ਕੀ ਹੈ ਕਿ ਜਦੋਂ ਇਹ ਕੌਂਸਟੀਟਿਊਐਂਟ ਅਸੈਂਬਲੀ ਬਣ ਕੇ ਤਿਆਰ ਹੁੰਦੀ ਹੈ, 9 ਦਸੰਬਰ 1946 ਨੂੰ ਅਸੀਂ ਦੇਖਿਆ ਹੀ ਹੈ ਕਿ ਪਹਿਲੀ ਮੀਟਿੰਗ ਹੁੰਦੀ ਹੈ ਅਸੈਂਬਲੀ ਦੀ। ਔਰ ਇਸ ਮੀਟਿੰਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਮੁਸਲਿਮ ਲੀਗ ਕਰਦੀ ਹੈ ਬਾਈਕਾਟ, ਕਿਉਂਕਿ ਮੁਸਲਿਮ ਲੀਗ ਕਹਿੰਦੀ ਹੈ ਕਿ ਅਸੀਂ ਇੰਡੀਆ ਦਾ ਪਾਰਟ ਬਣਨਾ ਹੀ ਨਹੀਂ। ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਬਣਾਈ ਗਈ ਹੈ ਉਹ ਸੰਵਿਧਾਨ ਬਣਾਊਗੀ ਯੂਨਾਈਟਿਡ ਇੰਡੀਆ ਦਾ। ਮੁਸਲਿਮ ਲੀਗ ਡਿਮਾਂਡ ਕਰ ਰਹੀ ਸੀ ਪਾਕਿਸਤਾਨ, ਉਹ ਕਹਿ ਰਹੀ ਸੀ ਕਿ ਸਾਨੂੰ ਸਾਡਾ ਚਾਹੀਦਾ ਜੀ ਪਾਕਿਸਤਾਨ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਮੁਸਲਿਮ ਲੀਗ ਨੇ ਇਸ ਕੌਂਸਟੀਟਿਊਐਂਟ ਅਸੈਂਬਲੀ ਦੀਆਂ ਜਿੰਨੀਆਂ ਮੀਟਿੰਗ ਸੀ ਉਹਨਾਂ ਦਾ ਬਾਈਕਾਟ ਕੀਤਾ। ਉਹ ਕਹਿ ਰਹੇ ਸੀ ਕਿ ਪਹਿਲਾਂ ਸਾਡੀ ਕੰਟਰੀ ਬਣਾਓ ਪਾਕਿਸਤਾਨ ਅਤੇ ਉਹਦੀ ਇੱਕ ਅਲੱਗ ਤੋਂ ਕੌਂਸਟੀਟਿਊਐਂਟ ਅਸੈਂਬਲੀ ਬਣੂਗੀ ਜੋ ਪਾਕਿਸਤਾਨ ਦਾ ਜਿਹੜਾ ਸੰਵਿਧਾਨ ਆ ਉਹ ਲਿਖੂਗੀ, ਠੀਕ ਹੈ। ਇਸ ਕਰਕੇ ਫਸਟ ਮੀਟਿੰਗ ਜਿਹੜੀ ਸੀਗੀ ਮੁਸਲਿਮ ਲੀਗ ਨੇ ਬਾਈਕਾਟ ਕੀਤੀ ਸੀ। ਔਰ ਇਸ ਫਸਟ ਮੀਟਿੰਗ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਬਣਾਏ ਗਏ ਸੀ, ਟੈਂਪਰੇਰੀ ਪ੍ਰੈਜ਼ੀਡੈਂਟ ਬਣਾਏ ਗਏ ਸੀ, ਉਹ ਬਣਾਏ ਗਏ ਸੀ ਸਚਿਦਾਨੰਦ ਸਿਨਹਾ। ਸਚਿਦਾਨੰਦ ਸਿਨਹਾ ਨੂੰ ਟੈਂਪਰੇਰੀ ਬੇਸਿਸ ਦੇ ਉੱਤੇ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਹੈ, ਜੋ ਕਿ ਫਰੈਂਚ ਪ੍ਰੈਕਟਿਸ ਨੂੰ ਫੋਲੋ ਕੀਤਾ ਜਾਂਦਾ ਹੈ। ਦੇਖੋ ਹੁਣ ਇਹ ਫਰੈਂਚ ਪ੍ਰੈਕਟਿਸ ਕੀ ਹੈ, ਇਹ ਨਾ ਆਪਣੇ ਕੋਲ ਪ੍ਰੈਕਟਿਸ ਹੈ ਕਿ ਜਿਹੜਾ ਸਭ ਤੋਂ ਓਲਡੈਸਟ ਮੈਂਬਰ ਹੁੰਦਾ ਬਾਡੀ ਦਾ, ਠੀਕ ਹੈ, ਸਭ ਤੋਂ ਓਲਡੈਸਟ ਮੈਂਬਰ ਹੈ ਉਹ ਪ੍ਰੈਜ਼ੀਡੈਂਟ ਹੈ ਜਿਹੜਾ ਉਹਨਾਂ ਨੂੰ ਚੁਣਿਆ ਜਾਊਗਾ। ਉਹਦਾ ਕੰਮ ਕੁਛ ਨਹੀਂ ਹੁੰਦਾ, ਉਹਨਾਂ ਦਾ ਕੰਮ ਸਿਰਫ ਇੰਨਾ ਕਿ ਹੁੰਦਾ ਕਿ ਉਹਨਾਂ ਨੇ ਉਸ ਅਸੈਂਬਲੀ ਦਾ, ਉਸ ਬਾਡੀ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹਨੂੰ ਚੂਜ਼ ਕਰਨਾ ਹੁੰਦਾ। ਇਸ ਕਰਕੇ ਓਲਡੈਸਟ ਮੈਂਬਰ ਨੂੰ ਪ੍ਰੈਜ਼ੀਡੈਂਟ ਬਣਾਇਆ ਜਾਂਦਾ ਟੈਂਪਰੇਰੀ ਬੇਸਿਸ, ਠੀਕ ਹੈ। ਅਤੇ ਫਿਰ ਹੁੰਦਾ ਕੀ ਹੈ ਕਿ 11 ਦਸੰਬਰ 1946 ਨੂੰ ਰਾਜਿੰਦਰ ਪ੍ਰਸਾਦ ਹੈ ਜਿਹੜੇ ਉਹਨਾਂ ਨੂੰ ਇਲੈਕਟ ਕੀਤਾ ਜਾਂਦਾ ਐਜ਼ ਪ੍ਰੈਜ਼ੀਡੈਂਟ ਐਂਡ SC ਮੁਖਰਜੀ ਅਤੇ VT ਕ੍ਰਿਸ਼ਨਾਮਚਾਰੀ ਨੂੰ ਇਲੈਕਟ ਕੀਤਾ ਜਾਂਦਾ ਐਜ਼ ਅ ਵਾਈਸ ਪ੍ਰੈਜ਼ੀਡੈਂਟ। ਇਹ ਵੀ ਫੈਕਟਸ ਆ ਜੀ, ਯਾਦ ਰੱਖਿਓ। ਫਿਰ 13 ਦਸੰਬਰ ਨੂੰ ਜਵਾਹਰ ਲਾਲ ਨਹਿਰੂ ਜੀ ਹੈ ਜਿਹੜੇ ਉਹ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਪੇਸ਼ ਕਰਦੇ ਆ ਇਨ ਦਾ ਕੌਂਸਟੀਟਿਊਐਂਟ ਅਸੈਂਬਲੀ। ਹੁਣ ਇਹ ਆਬਜੈਕਟਿਵ ਰੈਜ਼ੋਲੂਸ਼ਨ ਕੀ ਹੈ, ਇੱਦਾਂ ਦਾ ਮਤਾ ਆਪਣੇ ਕੋਲ ਜਿਹੜਾ ਹੈ ਉਹ ਅਸੈਂਬਲੀ ਮੂਹਰੇ ਰੱਖਿਆ ਜਾਂਦਾ ਹੈ ਜੋ ਆਬਜੈਕਟਿਵਸ ਦੱਸ ਰਿਹਾ। ਆਬਜੈਕਟਿਵਸ ਕਿਸ ਚੀਜ਼ ਦੇ, ਕਿ ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਹੈ ਉਹ ਜਿਹੜਾ ਸੰਵਿਧਾਨ ਬਣਾਊਗੀ, ਉਹ ਸੰਵਿਧਾਨ ਬਣਾਉਣ ਦੇ ਕੀ ਉਦੇਸ਼ ਆ, ਸਾਨੂੰ ਕਿੱਦਾਂ ਦੀ ਕੰਟਰੀ ਚਾਹੀਦੀ ਆ, ਠੀਕ ਹੈ, ਸਾਨੂੰ ਕਿੱਦਾਂ ਦਾ ਸੰਵਿਧਾਨ ਚਾਹੀਦਾ, ਉਹਦੇ ਉਦੇਸ਼ ਆ ਜਿਹੜੇ ਇਸ ਆਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚ ਆ ਜਿਹੜੇ ਉਹ ਪੇਸ਼ ਕੀਤੇ ਜਾਂਦੇ ਆ
ਨਹਿਰੂ ਜੀ ਦੇ ਦੁਆਰਾ। ਤੇ ਇਸ ਆਬਜੈਕਟਿਵ ਰੈਜ਼ੋਲੂਸ਼ਨ ਨੂੰ 22 ਜਨਵਰੀ 1947 ਨੂੰ ਅਡਾਪਟ ਕੀਤਾ ਜਾਂਦਾ ਹੈ, ਪਾਸ ਕੀਤਾ ਜਾਂਦਾ ਹੈ। ਫਿਰ 3 ਜੂਨ 1947 ਨੂੰ ਮਾਊਂਟ ਬੈਟਨ ਪਲਾਨ ਆਉਂਦਾ ਹੈ। ਮਾਊਂਟ ਬੈਟਨ ਪਲਾਨ ਇੱਦਾਂ ਦਾ ਪਲਾਨ ਹੈ ਜਿਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਜਿਹੜਾ ਯੂਨਾਈਟਿਡ ਇੰਡੀਆ ਹੈ ਉਹਨਾਂ ਨੂੰ ਡਿਵਾਈਡ ਕੀਤਾ ਜਾਊਗਾ ਇਨਟੂ 2 ਡੋਮੀਨੀਅਨਸ, ਇੱਕ ਹੋਊਗਾ ਜੀ ਪਾਕਿਸਤਾਨ ਤੇ ਇੱਕ ਹੋਊਗਾ ਇੰਡੀਆ। ਇਟ ਮੀਨ ਸਿੱਧਾ ਸਿੱਧਾ ਕਹਿਤਾ ਸੀ ਕਿ ਇੰਡੀਆ ਦੀ ਪਾਰਟੀਸ਼ਨ ਹੋਊਗੀ ਜਿਹਦੇ ਵਿੱਚੋਂ ਜਿਹੜਾ ਪਾਕਿਸਤਾਨ ਹੈ ਉਹ ਬਣਾਇਆ ਜਾਊਗਾ। ਠੀਕ ਹੈ, ਤਾਂ 2 ਕੰਟਰੀਜ਼ ਬਣਨਗੀਆਂ ਹੁਣ, ਇੱਕ ਹੋਊਗਾ ਜੀ ਇੰਡੀਆ ਔਰ ਇੱਕ ਹੋਊਗਾ ਪਾਕਿਸਤਾਨ। ਜਿੰਨੇ ਵੀ ਮੁਸਲਿਮ ਮੈਜੋਰਿਟੀ ਵਾਲੇ ਏਰੀਆਜ਼ ਆ ਜਿੱਥੇ ਮੁਸਲਮਾਨਾਂ ਦੀ ਗਿਣਤੀ ਜ਼ਿਆਦਾ ਸੀ ਉਹਨਾਂ ਨੂੰ ਪਾਕਿਸਤਾਨ ਦੇ ਅੰਡਰ ਜਿਹੜਾ ਉਹ ਲੈ ਕੇ ਆਂਦਾ ਜਾਊਗਾ ਤੇ ਪਾਕਿਸਤਾਨ ਇੱਕ ਅਲੱਗ ਤੋਂ ਕੰਟਰੀ ਬਣਾਈ ਜਾਊਗੀ। ਇੱਦਾਂ ਦਾ ਪਲਾਨ ਆਇਆ ਸੀ ਮਾਊਂਟ ਬੈਟਨ। ਹੁਣ ਮਾਊਂਟ ਬੈਟਨ ਪਲਾਨ ਨੂੰ ਸ਼ੇਪ ਦੇਣ ਦੇ ਲਈ ਇੰਡੀਅਨ ਇੰਡੀਪੈਂਡੈਂਸ ਐਕਟ 1947 ਆਉਂਦਾ, ਜਿਹਦੇ ਬਾਰੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਕਵਰ ਕਰ ਚੁੱਕੇ ਹਾਂ। ਠੀਕ ਹੈ ਜੀ, ਅਗਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਜਾ ਕੇ ਉਹ ਵੀਡੀਓ ਦੇਖਿਓ ਤਾਂ ਕਿ ਤੁਹਾਨੂੰ ਜਿਹੜਾ ਇੰਡੀਅਨ ਇੰਡੀਪੈਂਡੈਂਸ ਐਕਟ ਆ ਉਹ ਚੰਗੀ ਤਰ੍ਹਾਂ ਸਮਝ ਲੱਗ ਸਕੇ। ਹੁਣ ਅਗਰ ਆਪਾਂ ਇੰਡੀਅਨ ਇੰਡੀਪੈਂਡੈਂਸ ਐਕਟ 1947 ਦੀ ਗੱਲ ਕਰੀਏ, ਉਹਦੇ ਨਾਲ ਹੋਇਆ ਕੀ? ਦੇਖੋ, ਇੰਡੀਅਨ ਇੰਡੀਪੈਂਡੈਂਸ ਐਕਟ 1947 ਦੇ ਨਾਲ ਇਹ ਹੋਇਆ ਕਿ ਜਿਹੜਾ ਆਪਣੇ ਕੋਲ ਭਾਰਤ ਆ ਉਹ ਟੁੱਟ ਗਿਆ, ਜਿਹਦੇ ਵਿੱਚ 2 ਦੇਸ਼ ਬਣ ਗਏ। ਪਹਿਲਾ ਤਾਂ ਇੱਕ ਭਾਰਤ ਹੈ ਔਰ ਦੂਜਾ ਆਪਣੇ ਕੋਲ ਕੁਛ ਏਰੀਆ ਸੀਗੇ ਜਿਹੜੇ ਭਾਰਤ ਦੇ ਉਹ ਟੁੱਟ ਗਏ, ਪਾਕਿਸਤਾਨ ਵਿੱਚ ਚਲੇ ਗਏ ਤੇ ਪਾਕਿਸਤਾਨ ਇੱਕ ਅਲੱਗ ਕੰਟਰੀ ਬਣ ਗਿਆ। ਹੋਰ ਇਸ ਐਕਟ ਦੇ ਨਾਲ ਹੋਇਆ ਕਿ ਜਦੋਂ ਇੰਡੀਆ ਦੇ ਏਰੀਆਜ਼ ਆ ਜਿਹੜੇ ਉਹ ਕਿਸੇ ਹੋਰ ਕੰਟਰੀ ਵਿੱਚ ਚਲੇ ਜਾ ਰਹੇ ਆ ਤਾਂ ਇੰਡੀਆ ਦੀ ਪਾਪੂਲੇਸ਼ਨ ਵੀ ਉੱਧਰ ਜਾਊਗੀ। ਜਦੋਂ ਇੰਡੀਆ ਦੀ ਪਾਪੂਲੇਸ਼ਨ ਉੱਧਰ ਜਾਊਗੀ ਤਾਂ ਜਿਹੜੀ ਕੌਂਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਉਹਦੀ ਵੀ ਤਾਂ ਮੈਂਬਰਸ਼ਿਪ ਹੈ ਜਿਹੜੀ ਉਹ ਡਾਊਨ ਜਾਊਗੀ। ਠੀਕ ਹੈ, ਤੇ ਉਹੀ ਚੀਜ਼ ਹੁਣ ਅਸੀਂ ਡਿਸਕਸ ਕਰਨੀ ਹੈ। ਪਾਰਟੀਸ਼ਨ ਹੋਣ ਦੇ ਨਾਲ ਹੋਇਆ ਕਿ ਇਸ ਐਕਟ ਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਕੌਂਸਟੀਟਿਊਟ ਅਸੈਂਬਲੀ ਆ ਉਹਨੂੰ ਫੁੱਲੀ ਸੋਵਰਨ ਬਣਾਇਆ ਜਾਂਦਾ ਹੈ। ਅਸੀਂ ਮੀਨਿੰਗ ਦੇਖਿਆ ਸੀ ਸੋਵਰਨ ਦਾ ਮੀਨਿੰਗ ਹੁੰਦਾ ਹੈ ਕਿ ਜਦੋਂ ਇੱਕ ਕੰਟਰੀ ਜਾਂ ਇੱਕ ਬੋਡੀ ਹੈ ਜਿਹੜੀ ਉਹ ਫ੍ਰੀ ਹੁੰਦੀ ਹੈ ਐਕਸਟਰਨਲ ਅਤੇ ਇੰਟਰਨਲ ਇੰਟਰਫੇਰੈਂਸ ਤੋਂ, ਐਕਸਟਰਨਲ ਐਂਡ ਇੰਟਰਨਲ ਪ੍ਰੈਸ਼ਰ ਤੋਂ। ਜਦੋਂ ਉਹ ਪੂਰੀ ਦੀ ਪੂਰੀ ਫ੍ਰੀ ਹੋ ਕੇ ਡਿਸੀਜ਼ਨ ਜਿਹੜੀ ਉਹ ਲੈ ਸਕਦੀ ਹੈ ਉਹਨੂੰ ਅਸੀਂ ਬੋਲਦੇ ਹਾਂ ਸੋਵਰਨ ਬੋਡੀ। ਤਾਂ ਕੌਂਸਟੀਟਿਊਟ ਅਸੈਂਬਲੀ ਨੂੰ ਸੋਵਰਨ ਬੋਡੀ ਬਣਾਇਆ ਗਿਆ। ਠੀਕ ਹੈ, ਉਹਨੂੰ ਐਮਪਾਵਰ ਕੀਤਾ ਗਿਆ ਕਿ ਉਹ ਕਿਸੇ ਵੀ ਲਾਅ ਨੂੰ ਆਲਟਰ ਕਰ ਸਕਦੀ ਹੈ, ਚੇਂਜ ਕਰ ਸਕਦੀ ਹੈ, ਐਬਰੋਗੇਟ ਖਤਮ ਕਰ ਸਕਦੀ ਹੈ, ਜੋ ਵੀ ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ ਬਣਾਏ ਗਏ। ਠੀਕ ਹੈ, ਤੇ ਇਹਨਾਂ ਨੇ ਜਿਹੜੀ ਅਸੈਂਬਲੀ ਸੀ ਉਹਨੂੰ ਇੱਕ ਲੈਜਿਸਲੇਟਿਵ ਬੋਡੀ ਵੀ ਬਣਾਇਆ। ਦੇਖੋ, ਹੁਣ ਤੱਕ ਅਸੀਂ ਗੱਲ ਕਰ ਰਹੇ ਸੀ ਕੌਂਸਟੀਟਿਊਟ ਅਸੈਂਬਲੀ ਦੀ ਕਿ ਉਹ ਸਿਰਫ ਕੀ ਲਿਖ ਰਹੀ ਹੈ ਜੀ, ਸੰਵਿਧਾਨ ਲਿਖ ਰਹੀ ਹੈ। ਠੀਕ ਹੈ, ਬਟ ਇਸ ਐਕਟ ਦੇ ਆਉਣ ਨਾਲ ਕੌਂਸਟੀਟਿਊਟ ਅਸੈਂਬਲੀ ਨੂੰ ਇੱਕ ਲੈਜਿਸਲੇਟਿਵ ਬੋਡੀ ਵੀ ਬਣਾਤਾ, ਪਾਰਲੀਮੈਂਟ ਵੀ ਬਣਾਤਾ। ਠੀਕ ਹੈ, ਲੈਜਿਸਲੇਟਿਵ ਬੋਡੀ ਦਾ ਕੀ ਕੰਮ ਹੁੰਦਾ ਹੈ? ਜਿੰਨੇ ਵੀ ਜਿਹੜੇ ਕਾਨੂੰਨ ਆ ਬਣਾਏ ਜਾਣਗੇ ਉਹ ਇਸ ਬੋਡੀ ਦੁਆਰਾ ਬਣਾਏ ਜਾਣਗੇ। ਇਟ ਮੀਨਸ ਹੁਣ ਜਿਹੜੀ ਕੌਂਸਟੀਟਿਊਟ ਅਸੈਂਬਲੀ ਹੈ ਉਹ 2 ਤਰ੍ਹਾਂ ਦੇ ਫੰਕਸ਼ਨਸ ਜਿਹੜੀ ਪਰਫਾਰਮ ਕਰੂਗੀ। ਠੀਕ ਹੈ, ਇੱਕ ਟਾਈਮ ਦੇ ਉੱਤੇ ਉਹ ਸੰਵਿਧਾਨ ਲਿਖੂਗੀ ਫ੍ਰੀ ਇੰਡੀਆ ਦੇ ਲਈ ਔਰ ਦੂਜੇ ਟਾਈਮ ਦੇ ਉੱਤੇ ਉਹ ਆਰਡੀਨਰੀ ਲਾਜ਼ ਆ ਜਿਹੜੇ ਉਹਨਾਂ ਨੂੰ ਵੀ ਇਨੈਕਟ ਕਰੂਗੀ, ਉਹਨਾਂ ਨੂੰ ਵੀ ਬਣਾਊਗੀ। ਠੀਕ ਹੈ, ਤਾਂ ਹੁਣ ਹੁੰਦਾ ਕੀ ਹੈ ਕਿ ਜਦੋਂ ਵੀ ਜਿਹੜੀ ਬੋਡੀ ਹੈ, ਠੀਕ ਹੈ, ਉਹ ਮਿਲਦੀ ਸੀ ਤਾਂ ਉਹ 2 ਤਰ੍ਹਾਂ ਦੇ ਫੰਕਸ਼ਨ ਪਰਫਾਰਮ ਕਰਦੀ ਸੀ। ਜਿਸ ਦਿਨ ਉਹਨਾਂ ਨੇ ਸੰਵਿਧਾਨ ਦਾ ਕੰਮ ਕਰਨਾ ਹੁੰਦਾ ਸੀ, ਜਿਸ ਦਿਨ ਉਹਨਾਂ ਨੇ ਸੰਵਿਧਾਨ ਲਿਖਣ ਦਾ ਜਿਹੜਾ ਕੰਮ ਆ ਉਹ ਕਰਨਾ ਹੁੰਦਾ ਸੀ, ਉਸ ਦਿਨ ਤਾਂ ਉਸ ਬੋਡੀ ਦਾ ਜਿਹੜਾ ਚੇਅਰਮੈਨ ਹੁੰਦੇ ਸੀ ਉਹ ਹੁੰਦੇ ਸੀ ਡਾਕਟਰ ਰਜਿੰਦਰ ਪ੍ਰਸਾਦ। ਬਟ ਜਿਸ ਦਿਨ ਉਹਨਾਂ ਨੇ ਆਰਡੀਨਰੀ ਲਾਜ਼ ਬਣਾਉਣੇ ਹੁੰਦੇ ਸੀ, ਜਿਸ ਦਿਨ ਉਹਨਾਂ ਨੇ ਐਜ਼ ਅ ਪਾਰਲੀਮੈਂਟ ਐਕਟ ਕਰਨਾ ਹੁੰਦਾ ਸੀ, ਉਸ ਦਿਨ ਜਿਹੜੀ ਬੋਡੀ ਸੀ ਉਹਨਾਂ ਦੇ ਚੇਅਰਮੈਨ ਹੁੰਦੇ ਸੀ GV ਮਵਲੰਕਰ। ਮੈਂ ਦੁਬਾਰਾ ਦੱਸ ਦਿੰਦੀ ਹਾਂ, ਜਿਹੜੀ ਕੌਂਸਟੀਟਿਊਟ ਅਸੈਂਬਲੀ ਸੀ ਉਹਨੇ ਹੁਣ 2 ਫੰਕਸ਼ਨਸ ਪਰਫਾਰਮ ਕਰਨੇ ਸੀ। ਪਹਿਲਾ ਫੰਕਸ਼ਨ ਸੀਗਾ ਸੰਵਿਧਾਨ ਬਣਾਉਣ ਦਾ ਤੇ ਦੂਜਾ ਸੀਗਾ ਐਜ਼ ਅ ਪਾਰਲੀਮੈਂਟ ਐਕਟ ਕਰਨ ਦਾ। ਠੀਕ ਹੈ, ਜੋ ਕਿ ਆਰਡੀਨਰੀ ਲਾਜ਼ ਬਣਾਊਗੀ। ਜਦੋਂ ਵੀ ਜਿਹੜੀ ਕੌਂਸਟੀਟਿਊਟ ਅਸੈਂਬਲੀ ਹੈ ਉਹ ਅਸੈਂਬਲੀ ਦੇ ਰੂਪ ਦੇ ਵਿੱਚ ਮਿਲਦੀ ਸੀ ਤਾਂ ਉਹਨਾਂ ਨੂੰ ਹੈੱਡ ਕਰਦੀ ਸੀ ਡਾਕਟਰ ਰਜਿੰਦਰ ਪ੍ਰਸਾਦ। ਬਟ ਜਦੋਂ ਇਹ ਜਿਹੜੀ ਬੋਡੀ ਹੈ ਉਹ ਐਜ਼ ਅ ਪਾਰਲੀਮੈਂਟ ਮਿਲਦੀ ਸੀ, ਠੀਕ ਹੈ, ਤਾਂ ਉਸ ਟਾਈਮ ਉੱਤੇ ਹੈੱਡ ਕੀਤਾ ਜਾਂਦਾ ਸੀ GV ਮਵਲੰਕਰ ਦੁਆਰਾ ਹੈ। ਠੀਕ ਹੈ, ਤਾਂ ਇਸ ਕਰਕੇ ਜਿਹੜੀ ਇਹ ਬੋਡੀ ਹੈ ਇਹ 2 ਤਰ੍ਹਾਂ ਦੇ ਫੰਕਸ਼ਨਸ ਪਰਫਾਰਮ ਕਰਦੀ ਹੈ। ਕਦੋਂ ਤੱਕ ਕਰਦੀ ਹੈ? 2 ਨਵੰਬਰ 1949 ਤੱਕ। ਠੀਕ ਹੈ ਜੀ, 2 ਨਵੰਬਰ 1949 2 ਨਵੰਬਰ 1949 ਤੱਕ ਇਹ ਦੋਨੋਂ ਤਰ੍ਹਾਂ ਦੇ ਜਿਹੜੇ ਟਾਸਕ ਆ ਉਹਨਾਂ ਨੂੰ ਪਰਫਾਰਮ ਕਰਦੀ ਜਾਂਦੀ ਹੈ। ਅਗਰ ਆਪਾਂ ਮੈਂਬਰਸ਼ਿਪ ਦੀ ਗੱਲ ਕਰੀਏ ਕੌਂਸਟੀਟਿਊਟ ਅਸੈਂਬਲੀ ਦੀ, ਉਹ ਵੀ ਰਿਡਿਊਸ ਹੋ ਗਈ ਸੀ, ਉਹ ਵੀ ਘੱਟ ਗਈ ਸੀ। ਕਿੱਦਾਂ? ਪਹਿਲਾਂ ਦੇਖੋ, ਜਿਹੜੀ ਟੋਟਲ ਸਟਰੈਂਥ ਦੀ ਆਪਾਂ ਗੱਲ ਕੀਤੀ ਹੈ, ਪਹਿਲਾਂ 389 ਮੈਂਬਰ ਸੀਗੇ। ਪਾਰਟੀਸ਼ਨ ਹੋਣ ਤੋਂ ਪਹਿਲਾਂ ਕੌਂਸਟੀਟਿਊਟ ਅਸੈਂਬਲੀ ਦੇ 389 ਮੈਂਬਰ ਸੀਗੇ, ਬਟ ਪਾਰਟੀਸ਼ਨ ਦੇ ਨਾਲ ਇਹਦਾ ਜਿਹੜਾ ਨੰਬਰ ਸੀ ਉਹ ਘੱਟ ਕੇ 299 ਹੋ ਗਿਆ ਸੀ। ਪਹਿਲਾਂ ਇਸ 389 ਮੈਂਬਰਸ ਦੇ ਵਿੱਚੋਂ 296 ਬ੍ਰਿਟਿਸ਼ ਇੰਡੀਆ ਤੋਂ ਆਉਣੇ ਸੀ ਤੇ 93 ਪ੍ਰਿੰਸਲੀ ਸਟੇਟਸ ਦੇ ਵਿੱਚੋਂ ਆਉਣੇ ਸੀ। ਬਟ ਪਾਰਟੀਸ਼ਨ ਹੋਣ ਤੋਂ ਬਾਅਦ 299 ਮੈਂਬਰਸ ਦੇ ਵਿੱਚੋਂ 229 ਮੈਂਬਰਸ ਆਉਣੇ ਸੀ ਬ੍ਰਿਟਿਸ਼ ਪ੍ਰੋਵਿੰਸਿਸ ਤੋਂ ਤੇ 70 ਆਉਣੇ ਸੀ ਪ੍ਰਿੰਸਲੀ ਸਟੇਟਸ ਤੋਂ। ਤੇ ਇਸ ਤਰ੍ਹਾਂ ਇੰਡੀਅਨ ਇੰਡੀਪੈਂਡੈਂਸ ਐਕਟ ਆਉਣ ਦੇ ਨਾਲ ਜਿਹੜੀ ਕੌਂਸਟੀਟਿਊਟ ਅਸੈਂਬਲੀ ਹੈ ਉਹਦੇ ਮੈਂਬਰਸ ਜਿਹੜੀ ਗਿਣਤੀ ਆ ਉਹ ਘੱਟ ਗਈ ਸੀ।
ਹੁਣ ਕੀ ਹੋਇਆ, ਪਾਰਟੀਸ਼ਨ ਹੋਈ, ਪਾਰਟੀਸ਼ਨ ਹੋਣ ਤੋਂ ਬਾਅਦ ਪਾਕਿਸਤਾਨ ਅਲੱਗ ਕੰਟਰੀ ਬਣ ਗਿਆ ਅਤੇ ਇੰਡੀਆ ਜਿਹੜਾ ਉਹ ਅਲੱਗ ਕੰਟਰੀ ਬਣ ਗਿਆ। ਅਤੇ ਇੰਡੀਆ ਦੀ ਜਿਹੜੀ ਕੌਂਸਟੀਟਿਊਟ ਅਸੈਂਬਲੀ ਸੀਗੀ ਉਹਦੇ ਟੋਟਲ ਮੈਂਬਰ ਸੀ 299, ਜਿਹਦੇ ਵਿੱਚ ਆਉਣੇ ਸੀ 229 ਬ੍ਰਿਟਿਸ਼ ਇੰਡੀਆ ਤੋਂ ਅਤੇ 70 ਆਉਣੇ ਸੀ ਪ੍ਰਿੰਸਲੀ ਸਟੇਟਸ ਤੋਂ। ਇਹ ਤੁਸੀਂ ਯਾਦ ਰੱਖਿਓ ਕਿ ਜਿਹੜੇ ਬ੍ਰਿਟਿਸ਼ ਪ੍ਰੋਵਿੰਸਿਸ ਦੇ ਵਿੱਚੋਂ ਮੈਂਬਰ ਆਉਣੇ ਸੀ ਉਹ ਆਉਣੇ ਸੀ ਇਲੈਕਸ਼ਨਸ ਦੇ ਨਾਲ। ਕਿਹੜੀਆਂ ਇਲੈਕਸ਼ਨਸ? ਇਨਡਾਇਰੈਕਟ ਇਲੈਕਸ਼ਨ। ਜਦੋਂ ਕਿ ਜਿਹੜੇ ਪ੍ਰਿੰਸਲੀ ਸਟੇਟਸ ਹੈ ਉਹਨਾਂ ਨੇ ਜਿਹੜੇ 70 ਮੈਂਬਰਸ ਭੇਜਣੇ ਸੀ ਕੌਂਸਟੀਟਿਊਟ ਅਸੈਂਬਲੀ ਦੇ ਵਿੱਚ, ਉਹ ਭੇਜਣੇ ਸੀ ਥਰੂ ਨੋਮੀਨੇਸ਼ਨ। ਠੀਕ ਹੈ ਜੀ। ਹੁਣ ਜਦੋਂ ਇਹ ਕੌਂਸਟੀਟਿਊਟ ਅਸੈਂਬਲੀ ਦਾ ਜਿਹੜਾ ਆਪਣੇ ਕੋਲ ਕੰਮ ਹੈ ਉਹ ਸ਼ੁਰੂ ਹੁੰਦਾ ਹੈ, ਅਸਲ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਹ ਬਣਾਉਣਾ ਸ਼ੁਰੂ ਹੁੰਦਾ ਹੈ, ਤਾਂ ਉਹ ਬਣਾਉਣ ਦੇ ਲਈ, ਸੰਵਿਧਾਨ ਬਣਾਉਣ ਦੇ ਲਈ ਦੇਖੋ ਜੀ, ਛੋਟਾ ਮੋਟਾ ਡਾਕੂਮੈਂਟ ਤਾਂ ਬਣ ਨਹੀਂ ਜਾ ਰਿਹਾ। ਠੀਕ ਹੈ, ਦੇਸ਼ ਦਾ ਸੰਵਿਧਾਨ ਬਣਨ ਜਾ ਰਿਹਾ ਹੈ, ਜੋ ਕਿ ਬਹੁਤ ਜ਼ਿਆਦਾ ਕੰਪਲੈਕਸ ਪ੍ਰੋਸੈਸ ਹੈ। ਉਸ ਟਾਈਮ ਭਾਰਤ ਨਵਾਂ ਨਵਾਂ ਆਜ਼ਾਦ ਹੋਇਆ ਸੀ। ਠੀਕ ਹੈ, ਤਾਂ ਇੰਨੀ ਜਿਹੜੀ ਆਪਣੇ ਕੋਲ ਗੁੰਝਲਦਾਰ ਇਹ ਪ੍ਰੋਸੈਸ ਸੀ, ਇੰਨੀਆਂ ਜ਼ਿਆਦਾ ਚੀਜ਼ਾਂ ਜਿਹੜੀਆਂ ਉਹ ਸੋਚਣੀਆਂ ਪੈਣੀਆਂ ਸੀ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਭਾਰਤ ਹੈ ਨਾ ਉਹ ਡਾਇਵਰਸ ਕੰਟਰੀ ਹੈ। ਠੀਕ ਹੈ, ਇੱਥੇ ਬਹੁਤ ਜ਼ਿਆਦਾ ਜਾਤਾਂ ਦੇ, ਧਰਮਾਂ ਦੇ, ਅਲੱਗ-ਅਲੱਗ ਕਲਚਰਸ ਦੇ, ਅਲੱਗ-ਅਲੱਗ ਆਈਡੈਂਟੀਟੀਜ਼ ਦੇ ਲੋਕ ਪਾਏ ਜਾਂਦੇ ਆ। ਤਾਂ ਹਰ ਇੱਕ ਲੋਕਾਂ ਨੂੰ, ਠੀਕ ਹੈ, ਆਪਣੇ ਕੋਲ ਮੈਜੋਰਿਟੀ ਵੀ ਇੱਥੇ ਪਾਈ ਜਾਂਦੀ ਹੈ ਔਰ ਮਾਈਨੋਰਿਟੀ ਵੀ ਪਾਈ ਜਾਂਦੀ ਹੈ। ਤਾਂ ਮਿਨੋਰਿਟੀਜ਼ ਦਾ ਵੀ ਧਿਆਨ ਰੱਖਣਾ ਹੈ, ਮੈਜੋਰਿਟੀਜ਼ ਦਾ ਵੀ ਧਿਆਨ ਰੱਖਣਾ ਹੈ, ਅਲੱਗ-ਅਲੱਗ ਆਈਡੈਂਟੀਟੀਜ਼ ਵਾਲੇ ਲੋਕਾਂ ਦਾ ਵੀ ਧਿਆਨ ਰੱਖਣਾ ਹੈ। ਤਾਂ ਇਸ ਇੰਡੀਆ ਜਿਹੜੀ ਆਪਣੇ ਕੋਲ ਡਾਇਵਰਸ ਕੰਟਰੀ ਹੈ, ਇਸ ਪੂਰੀ ਦੀ ਪੂਰੀ ਕੰਟਰੀ ਨੂੰ ਕੰਟਰੋਲ ਕਰਨ ਦੇ ਲਈ, ਗਵਰਨ ਕਰਨ ਦੇ ਲਈ ਸਾਨੂੰ ਇੱਕ ਬਹੁਤ ਹੀ ਵਧੀਆ ਜਿਹੜਾ ਸੰਵਿਧਾਨ ਸੀ ਉਹ ਚਾਹੀਦਾ ਸੀ। ਤਾਂ ਉਹ ਇੱਕ ਸਪੈਸ਼ਲ ਡਾਕੂਮੈਂਟ ਨੂੰ ਬਣਨ ਲਈ ਟਾਈਮ ਤਾਂ ਲੱਗਣਾ ਹੀ ਸੀ। ਠੀਕ ਹੈ, ਔਰ ਇੱਕ ਇਹ ਬਲਕੀ ਪ੍ਰੋਸੈਸ ਹੈ। ਤਾਂ ਇੰਨੀ ਹੈਵੀ ਪ੍ਰੋਸੈਸ ਕਰਨ ਦੇ ਲਈ ਸਿਰਫ ਸਾਨੂੰ ਇੱਕ ਜਾਂ ਦੋ ਬੰਦੇ ਦੀ ਲੋੜ ਨਹੀਂ ਸੀ। ਠੀਕ ਹੈ, ਤਾਂ ਸਾਨੂੰ ਬਹੁਤ ਸਾਰੇ ਐਕਸਪਰਟਸ ਦੀ ਲੋੜ ਸੀ ਜੋ ਕਿ ਅਲੱਗ-ਅਲੱਗ ਕਮੇਟੀਜ਼ ਦੇ ਅੰਦਰ ਰਹਿ ਕੇ ਆਪਣਾ ਆਪਣਾ ਕੰਮ ਕਰਨਗੇ। ਠੀਕ ਹੈ, ਤਾਂ ਪੂਰੇ ਦੇ ਪੂਰੇ ਸੰਵਿਧਾਨ ਬਣਾਉਣ ਦੀ ਜਿਹੜੀ ਪ੍ਰੋਸੈਸ ਆ ਉਹਨੂੰ ਡਿਵਾਈਡ ਕੀਤਾ ਜਾਂਦਾ ਹੈ। ਡਿਵਾਈਡ ਕਿੱਦਾਂ ਕੀਤਾ ਜਾਂਦਾ ਹੈ? ਕਮੇਟੀਜ਼ ਬਣਾਈਆਂ ਜਾਂਦੀਆਂ ਔਰ ਉਹਦੇ ਵਿੱਚੋਂ 8 ਦਾ ਸੀਗੀਆਂ ਜੀ ਮੇਜਰ ਕਮੇਟੀਜ਼, ਔਰ ਨਾਲ ਦੀ ਨਾਲ ਬਹੁਤ ਸਾਰੀਆਂ ਮਾਈਨਰ ਕਮੇਟੀ ਸੀਗੀਆਂ। ਅਗਰ ਉਹ ਮੇਜਰ ਕਮੇਟੀਜ਼ ਦੀ ਗੱਲ ਕਰੀਏ ਤਾਂ ਉਹ 8 ਸੀਗੀਆਂ ਇਨ ਟੋਟਲ। ਠੀਕ ਹੈ, ਜਿਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਕਮੇਟੀ ਹੈ ਉਹ ਹੈਗੀ ਹੈ ਜੀ ਡਰਾਫਟਿੰਗ ਕਮੇਟੀ। ਡਰਾਫਟਿੰਗ ਕਮੇਟੀ ਹੈਡ ਕੌਣ ਕਰਦਾ ਹੈ? BR ਅੰਬੇਦਕਰ। ਅਗਰ ਮੇਜਰ ਕਮੇਟੀਜ਼ ਦੀ ਗੱਲ ਕਰੀਏ ਤਾਂ ਜਿੱਦਾਂ ਆਪਣੇ ਕੋਲ ਯੂਨੀਅਨ ਪਾਵਰ ਕਮੇਟੀ ਹੈ ਅਤੇ ਯੂਨੀਅਨ ਕੌਂਸਟੀਟਿਊਸ਼ਨ ਕਮੇਟੀ ਹੈ। ਠੀਕ ਹੈ, ਇਹ ਦੋਨੋਂ ਜਿਹੜੀਆਂ ਕਮੇਟੀ ਸੀਗੀਆਂ ਐਂਡ ਸਟੇਟ ਕਮੇਟੀ ਹੈ, ਇਹ ਤਿੰਨੋਂ ਕਮੇਟੀ ਸੀਗੀਆਂ, ਇਹਨਾਂ ਨੂੰ ਹੈੱਡ ਕਰ ਰਹੇ ਸੀ ਪੰਡਿਤ ਜਵਾਹਰ ਲਾਲ ਨਹਿਰੂ। ਅਤੇ ਜਿਹੜੀ ਪ੍ਰੋਵਿੰਸ਼ਨਲ ਕਮੇਟੀ ਹੈ ਉਹਨਾਂ ਨੂੰ ਹੈੱਡ ਕੀਤਾ ਜਾ ਰਿਹਾ ਸੀ ਬਾਈ ਸਰਦਾਰ ਵੱਲਭ ਭਾਈ ਪਟੇਲ। ਡਰਾਫਟਿੰਗ ਕਮੇਟੀ ਇਹ ਤਾਂ ਸੌਖਾ ਹੀ ਹੈ ਜੀ, BR ਅੰਬੇਦਕਰ ਹੈੱਡ ਕਰ ਰਹੇ ਸੀ। ਐਡਵਾਈਜ਼ਰੀ ਕਮੇਟੀ ਨੂੰ ਅਗੇਨ ਸਰਦਾਰ ਵੱਲਭ ਭਾਈ ਪਟੇਲ, ਔਰ ਰੂਲਸ ਕਮੇਟੀ ਅਤੇ ਸਟੀਅਰਿੰਗ ਕਮੇਟੀ ਨੂੰ ਡਾਕਟਰ ਰਾਜਿੰਦਰ ਪ੍ਰਸਾਦ ਜਿਹੜੇ ਉਹ ਹੈੱਡ ਕਰ ਰਹੇ ਸੀ। ਇੱਦਾਂ ਕਰਕੇ ਜਿਹੜੀ ਮੇਜਰ ਕਮੇਟੀ ਸੀ ਉਹ ਬਣਾਈਆਂ ਗਈਆਂ ਸੀ। ਅਗਰ ਅਸੀਂ ਕੌਂਸਟੀਟਿਊਐਂਟ ਅਸੈਂਬਲੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਕਮੇਟੀ ਸੀ ਉਹ ਸੀਗੀ ਡਰਾਫਟਿੰਗ ਕਮੇਟੀ। ਡਰਾਫਟਿੰਗ ਕਮੇਟੀ ਬਣਾਈ ਜਾਂਦੀ ਹੈ 29 ਅਗਸਤ 1947 ਨੂੰ। ਠੀਕ ਹੈ, ਜਿਹਦੇ ਆਪਣੇ ਕੋਲ ਟੋਟਲ 7 ਮੈਂਬਰਸ ਹੁੰਦੇ ਆ। ਡਾਕਟਰ BR ਅੰਬੇਦਕਰ ਚੇਅਰਮੈਨ ਦੀ ਤਰ੍ਹਾਂ ਕੰਮ ਕਰਦੇ ਆ ਔਰ N ਗੋਪਾਲਾ ਸਵਾਮੀ ਅਯੰਗਰ, ਰਾਧੀ ਕ੍ਰਿਸ਼ਨ ਸਵਾਮੀ ਅਯਰ, ਡਾਕਟਰ KM ਮੁਨਸ਼ੀ, ਸੈਯਦ ਮੁਹੰਮਦ ਸਾਦੁੱਲਾ, ਦੈਨ BL ਮਿੱਤਰ ਐਂਡ DP ਖੈਤਾਨ, ਇਹ ਸਾਰੇ ਮੈਂਬਰ ਸੀਗੇ ਜੀ ਓਰੀਜਨਲੀ ਡਰਾਫਟਿੰਗ ਕਮੇਟੀ ਦੇ। ਬਟ ਹੁੰਦਾ ਕੀ ਹੈ, ਜਿਹੜੇ ਆਪਣੇ ਕੋਲ BL ਮਿੱਤਰ ਹੈ, ਠੀਕ ਹੈ, ਉਹ ਆਪਣੇ ਕੋਲ ਉਹ ਇਲ ਹੈਲਥ ਕਰਕੇ ਰਿਜ਼ਾਈਨ ਦੇ ਦਿੰਦੇ ਆ ਅਤੇ ਉਹਨਾਂ ਦੀ ਜਗ੍ਹਾ 'ਤੇ ਆ ਜਾਂਦੀਆਂ ਜੀ N ਮਾਧਵ ਰਾਓ, ਔਰ DP ਖੈਤਾਨ ਜਿਹੜੇ, ਠੀਕ ਹੈ, ਉਹਨਾਂ ਦੀ ਡੈਥ ਹੋ ਜਾਂਦੀ ਹੈ 1948 ਦੇ ਵਿੱਚ ਅਤੇ ਉਹਨਾਂ ਨੂੰ ਰਿਪਲੇਸ ਕੀਤਾ ਜਾਂਦਾ ਬਾਈ TT ਕ੍ਰਿਸ਼ਨਾਮਾਚਾਰੀ। ਤਾਂ ਇੱਦਾਂ ਕਰਕੇ ਇਹ ਸਾਡੇ ਸੀਗੇ ਜੀ ਡਰਾਫਟਿੰਗ ਕਮੇਟੀ ਦੇ ਮੈਂਬਰਸ ਜਿਨ੍ਹਾਂ ਨੇ ਸੰਵਿਧਾਨ ਦਾ ਜਿਹੜਾ ਉਹਦਾ ਡਰਾਫਟ ਤਿਆਰ ਕਰਿਆ ਸੀ। ਹੁਣ ਜੇ ਆਪਾਂ ਡਰਾਫਟਿੰਗ ਕਮੇਟੀ ਦੀ ਗੱਲ ਕਰੀਏ, ਉਹਨਾਂ ਦਾ ਕੰਮ ਕੀ ਸੀ? ਸੰਵਿਧਾਨ ਨੂੰ ਤਿਆਰ ਕਰਨਾ, ਉਹਦਾ ਪੂਰਾ ਦਾ ਪੂਰਾ ਜਿਹੜਾ ਡਰਾਫਟ ਹੈ ਉਹਨੂੰ ਤਿਆਰ ਕਰਨਾ। ਠੀਕ ਹੈ ਜੀ, ਤਾਂ ਜਿਹੜਾ ਪਹਿਲਾ ਡਰਾਫਟ ਹੈ ਉਹ ਤਿਆਰ ਕੀਤਾ ਜਾਂਦਾ ਹੈ ਫਰਵਰੀ 1948 ਦੇ ਵਿੱਚ, ਤਾਂ ਜਿਹਨੂੰ ਆਪਣੇ ਕੋਲ ਜਨਰਲ ਪਬਲਿਕ ਦੇ ਸਾਹਮਣੇ ਰੱਖਿਆ ਜਾਂਦਾ ਹੈ। ਜਨਰਲ ਪਬਲਿਕ ਉਸ ਡਰਾਫਟ ਨੂੰ ਰੀਡ ਕਰੂਗੀ ਅਤੇ ਅਗਰ ਕੋਈ ਵੀ ਕ੍ਰਿਟਿਸਿਜ਼ਮ ਹੈ, ਕੋਈ ਵੀ ਸੁਜੈਸ਼ਨਸ ਹੈ, ਉਹਨਾਂ ਬਾਰੇ ਇਨਫੋਰਮ ਕਰੂਗੀ ਟੂ ਦ ਡਰਾਫਟਿੰਗ ਕਮੇਟੀ। ਤਾਂ ਜਨਰਲ ਪਬਲਿਕ ਦੇ ਓਪੀਨੀਅਨਸ ਆਉਣ ਤੋਂ ਬਾਅਦ ਜਿਹੜਾ ਸੈਕਿੰਡ ਡਰਾਫਟ ਹੈ ਉਹਨੂੰ ਰੱਖਿਆ ਜਾਂਦਾ ਅਗੇਨ ਫੋਰ ਦਾ ਡਿਸਕਸ਼ਨ। ਠੀਕ ਹੈ, ਉਸ ਤੋਂ ਬਾਅਦ ਸੈਕਿੰਡ ਡਰਾਫਟ ਦੇ ਪੇਸ਼ ਕਰਨ ਤੋਂ ਬਾਅਦ ਫਿਰ ਨਵੰਬਰ 4 ਨੂੰ 1948 ਦੇ ਵਿੱਚ ਹੀ ਇੱਕ ਫਾਈਨਲ ਜਿਹੜਾ ਡਰਾਫਟ ਆ ਉਹਨੂੰ ਤਿਆਰ ਕਰਕੇ ਅਸੈਂਬਲੀ ਦੇ ਸਾਹਮਣੇ ਰੱਖਿਆ ਜਾਂਦਾ ਹੈ। ਤਾਂ ਅਸੈਂਬਲੀ ਦੇ ਵਿੱਚ ਉਹਦੀ ਕੀ ਹੁੰਦੀ ਹੈ ਜੀ? ਫਸਟ ਰੀਡਿੰਗ ਹੁੰਦੀ ਹੈ। ਅਸੈਂਬਲੀ ਦੇ ਵਿੱਚ ਜਿਹੜੀ ਆਪਣੀ ਕੋਈ ਜਨਰਲ ਡਿਸਕਸ਼ਨ ਕੀਤੀ ਜਾਂਦੀ ਹੈ ਔਨ ਦ ਡਰਾਫਟ ਕੌਂਸਟੀਟਿਊਸ਼ਨ ਔਨ 4 ਨਵੰਬਰ 1948। ਉਸ ਤੋਂ ਬਾਅਦ ਫਿਰ ਸੈਕਿੰਡ ਰੀਡਿੰਗ ਹੁੰਦੀ ਹੈ 15 ਨਵੰਬਰ 1948 ਦੇ ਵਿੱਚ, ਜਿਹਦੇ ਵਿੱਚ ਕੀ ਕੀਤਾ ਜਾਂਦਾ ਆ ਕਿ ਬਹੁਤ ਸਾਰੀਆਂ ਅਮੈਂਡਮੈਂਟਸ ਆ ਜਿਹੜੀਆਂ ਪ੍ਰਪੋਜ਼ ਕੀਤੀਆਂ ਜਾਂਦੀਆਂ। ਠੀਕ ਹੈ, ਅਤੇ ਬਹੁਤ ਹੀ ਡੀਟੇਲ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਹਦੀ ਪ੍ਰੋਵੀਜ਼ਨਸ ਨੂੰ ਡਿਸਕਸ ਕੀਤਾ ਜਾਂਦਾ ਹੈ। ਫਿਰ ਫਾਈਨਲ ਜਿਹੜੀ ਥਰਡ ਰੀਡਿੰਗ ਹੁੰਦੀ ਹੈ ਉਹ ਹੁੰਦੀ ਹੈ ਜੀ 14 ਨਵੰਬਰ 1949 ਨੂੰ। 14 ਨਵੰਬਰ 1949 ਨੂੰ ਜਿਹੜੀ ਥਰਡ ਰੀਡਿੰਗ ਹੁੰਦੀ ਹੈ ਉਹਦੇ ਵਿੱਚ ਆਪਣੇ ਕੋਲ ਯੈਸ ਜਾਂ ਨੋ ਦਿੱਤੇ ਜਾਂਦੇ ਆ ਔਨ ਦਾ ਪ੍ਰੋਵੀਜ਼ਨਸ ਆਫ ਦਾ ਕੌਂਸਟੀਟਿਊਸ਼ਨ। ਠੀਕ ਹੈ ਜੀ, ਔਰ ਫਾਈਨਲੀ ਜਿਹੜਾ ਸਾਡਾ ਸੰਵਿਧਾਨ ਹੈ
26 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਨੂੰ ਅਡੋਪਟ ਕਰ ਲਿਆ ਜਾਂਦਾ। ਉਹਦਾ ਜਿਹੜਾ ਫਾਈਨਲ ਡਰਾਫਟ ਹੈ ਉਹਨੂੰ ਆਪਣੇ ਕੋਲ ਬਣਾ ਕੇ ਸਿਗਨੇਚਰ ਕੀਤੇ ਜਾਂਦੇ ਆ ਬਾਏ ਦਾ ਮੈਂਬਰਸ ਆਫ ਦਾ ਕੌਂਸਟੀਟਿਊਟ ਅਸੈਂਬਲੀ। ਹੁਣ ਜਦੋਂ ਸਾਡੇ ਭਾਰਤ ਦਾ ਸੰਵਿਧਾਨ ਉਸ ਟਾਈਮ ਉੱਤੇ ਰੈਡੀ ਹੋਇਆ ਸੀ ਤਾਂ ਉਹਦੀਆਂ ਜਨਰਲ ਪ੍ਰੋਵੀਜ਼ਨਸ ਕੀ ਸੀ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਇੱਕ ਪ੍ਰੀਐਂਬਲ ਸੀ, ਠੀਕ ਹੈ, ਔਰ 395 ਆਰਟੀਕਲ ਸੀਗੇ ਤੇ 8 ਸ਼ਡਿਊਲ ਸੀਗੇ। ਅਗਰ ਆਪਾਂ ਪ੍ਰੀਐਂਬਲ ਦੀ ਗੱਲ ਕਰੀਏ, ਪ੍ਰੀਐਂਬਲ ਸੰਵਿਧਾਨ ਦੇ ਬਣਨ ਤੋਂ ਬਾਅਦ ਐਡ ਕੀਤਾ ਗਿਆ। ਕੁਐਸਚਨ ਆ ਜਿਆ ਕਰਦਾ ਹੈ ਕਿ ਕੀ ਜਿਹੜਾ ਆਪਣੇ ਕੋਲ ਸੰਵਿਧਾਨ ਹੈ ਉਹ ਪਹਿਲਾਂ ਬਣਾ ਕੇ ਤਿਆਰ ਕੀਤਾ ਗਿਆ ਸੀ ਔਰ ਜਿਹੜਾ ਸੰਵਿਧਾਨ ਹੈ ਉਹ ਬਾਅਦ ਵਿੱਚ ਬਣਿਆ? ਨੋ, ਪਹਿਲਾਂ ਜਿਹੜਾ ਪੂਰਾ ਦਾ ਪੂਰਾ ਸੰਵਿਧਾਨ ਹੈ ਉਹ ਬਣਾਇਆ ਗਿਆ ਔਰ ਬਾਅਦ ਵਿੱਚ ਜਿਹੜਾ ਪ੍ਰੀਐਂਬਲ ਹੈ ਉਹਨੂੰ ਐਡ ਕੀਤਾ ਗਿਆ। ਪ੍ਰੀਐਂਬਲ ਵਾਲੇ ਅਸੀਂ ਅਗਲੀ ਵੀਡੀਓਜ਼ ਦੇ ਵਿੱਚ ਦੇਖਾਂਗੇ, ਠੀਕ ਹੈ। ਹੁਣ ਆਪਾਂ ਕੰਟੀਨਿਊ ਕਰਦੇ ਹਾਂ ਕਿ ਜਦੋਂ ਇੱਕ ਜਿਹੜਾ ਸੰਵਿਧਾਨ ਆ ਉਹ ਬਣ ਕੇ ਤਿਆਰ ਹੋ ਗਿਆ, ਉਹਨੂੰ ਕਦੋਂ ਲਾਗੂ ਕੀਤਾ ਗਿਆ। ਅਡੋਪਟ ਤਾਂ ਅਸੀਂ ਕਰ ਲਿਆ ਸੀ 26 ਨਵੰਬਰ 1949 ਨੂੰ, ਬਟ ਲਾਗੂ ਕਦੋਂ ਕਰਿਆ ਗਿਆ? ਲਾਗੂ ਕਰਿਆ ਗਿਆ ਔਨ 26 ਜਨਵਰੀ 1950 ਨੂੰ। ਦੇਖੋ ਜੀ, ਸਾਡਾ ਜਿਹੜਾ ਸੰਵਿਧਾਨ ਹੈ ਉਹ ਲਿਖ ਕੇ ਤਿਆਰ ਹੋਇਆ 26 ਨਵੰਬਰ 1949 ਨੂੰ, ਬਟ ਲਾਗੂ ਕੀਤਾ ਗਿਆ 26 ਜਨਵਰੀ 1950 ਨੂੰ। ਜਦੋਂ ਅਸੀਂ ਇਹ ਅਡੋਪਟ ਕੀਤਾ ਸੀ ਜਿਸ ਡੇਟ ਨੂੰ, ਉਸੇ ਡੇਟ ਨੂੰ ਬਹੁਤ ਸਾਰੇ ਆਰਟੀਕਲਸ ਆ ਜਿਹੜੇ ਉਹਨਾਂ ਨੂੰ ਲਾਗੂ ਕੀਤਾ ਗਿਆ ਸੀ, ਠੀਕ ਹੈ। ਉਹ ਆਰਟੀਕਲਸ ਕਿਹੜੇ ਕਿਹੜੇ ਆ ਜੀ, ਉਹ ਇੱਥੇ ਆਪਣੇ ਕੋਲ ਮੈਂਸ਼ਨ ਹੈ, ਬਟ ਅਗਰ ਮੈਂ ਤੁਹਾਨੂੰ ਮੋਟਾ ਮੋਟਾ ਦੱਸਾਂ, ਇਹ ਆਰਟੀਕਲਸ ਡੀਲ ਕਰਦੇ ਆ ਵਿਦ ਦਾ ਸਿਟੀਜ਼ਨਸ਼ਿਪ, ਭਾਰਤ ਦੇ ਨਾਗਰਿਕ ਕੌਣ ਹੋਣਗੇ, ਵਿਦ ਦੀ ਇਲੈਕਸ਼ਨਸ, ਠੀਕ ਹੈ। ਸਰਕਾਰ ਹੈ ਜਿਹੜੀ ਉਹ ਕਿੱਦਾਂ ਬਣੂਗੀ, ਪ੍ਰੋਵਿੰਸ਼ਨਲ ਪਾਰਲੀਮੈਂਟ, ਸਟੇਟ ਲੈਵਲ ਦੇ ਉੱਤੇ ਪਾਰਲੀਮੈਂਟ ਕਿੱਦਾਂ ਕੰਮ ਕਰੂਗੀ, ਟੈਂਪਰੇਰੀ ਐਂਡ ਟ੍ਰਾਂਜੀਸ਼ਨਲ ਪ੍ਰੋਵੀਜ਼ਨਸ, ਹੋਰ ਬਹੁਤ ਸਾਰੀਆਂ ਜਿਹੜੀਆਂ ਟੈਂਪਰੇਰੀ ਪ੍ਰੋਵੀਜ਼ਨ ਸੀਗੀਆਂ ਉਸ ਟਾਈਮ ਦੇ ਉੱਤੇ, ਉਹਨਾਂ ਨੂੰ ਉਸੇ ਟਾਈਮ ਦੇ ਉੱਤੇ ਲਾਗੂ ਕੀਤਾ ਗਿਆ। ਕਿਸ ਟਾਈਮ ਦੇ ਉੱਤੇ? 26 ਨਵੰਬਰ 1949 ਨੂੰ, ਠੀਕ ਹੈ। ਬਟ ਜਿਹੜੇ ਬਾਕੀ ਦੀਆਂ ਪ੍ਰੋਵੀਜ਼ਨ ਸੀ, ਠੀਕ ਹੈ, ਜਿਹੜੀ ਬਾਕੀ ਦੀਆਂ ਪ੍ਰੋਵੀਜ਼ਨ ਸੀ ਉਹ ਲਾਗੂ ਕੀਤੀਆਂ ਜਾਂਦੀਆਂ 26 ਜਨਵਰੀ 1950 ਦੇ ਵਿੱਚ। ਹੁਣ ਗੱਲ ਇਹ ਆਉਂਦੀ ਹੈ ਕਿ ਅਸੀਂ ਅਡੋਪਟ ਕਦੋਂ ਕਰ ਰਹੇ ਹਾਂ ਸੰਵਿਧਾਨ, ਲਾਗੂ ਕਦੋਂ ਕਰ ਰਹੇ ਹਾਂ, ਠੀਕ ਹੈ। ਅਸੀਂ ਇੱਕ ਹੀ ਡੇਟ ਨੂੰ ਅਡੋਪਟ ਅਤੇ ਲਾਗੂ ਕਿਉਂ ਨਹੀਂ ਕੀਤਾ? ਇਹ ਕੁਐਸਚਨ ਆਉਂਦਾ ਹੈ। ਇਹ ਕੁਐਸਚਨ ਦਾ ਆਨਸਰ ਇਹ ਹੈ ਜੀ, ਕਿਉਂਕਿ ਜਿਹੜਾ 26 ਜਨਵਰੀ ਦਾ ਦਿਨ ਹੈ ਉਹ ਬਹੁਤ ਆਸਪੀਸ਼ੀਅਸ ਡੇ ਮੰਨਿਆ ਜਾਂਦਾ ਹੈ ਇੰਡੀਅਨ ਹਿਸਟਰੀ ਦੇ ਵਿੱਚ, ਕਿਉਂਕਿ 26 ਜਨਵਰੀ 1930 ਨੂੰ ਪੂਰਨ ਸਵਰਾਜ ਦੀ ਮੰਗ ਕੀਤੀ ਗਈ ਸੀ ਲਾਹੌਰ ਸੈਸ਼ਨ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਦੁਆਰਾ। ਤਾਂ ਇੰਨੇ ਆਸਪੀਸ਼ੀਅਸ ਡੇ ਨੂੰ ਚੁਣਿਆ ਗਿਆ ਸੰਵਿਧਾਨ ਨੂੰ ਲਾਗੂ ਕਰਨ ਦੇ ਲਈ, ਠੀਕ ਹੈ ਜੀ। ਹੁਣ ਹੋਰ ਆਪਣੇ ਕੋਲ ਜਿਹੜੇ ਫੰਕਸ਼ਨਸ ਆ, ਹੁਣ ਇਸ ਤੋਂ ਇਲਾਵਾ ਦੇਖੋ ਜੀ, ਕੌਂਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਭਾਰਤ ਦਾ ਸੰਵਿਧਾਨ ਲਾਗੂ ਕਰਨ ਦੇ ਲਈ। ਕੌਂਸਟੀਟਿਊਟ ਅਸੈਂਬਲੀ ਬਣਾਈ ਗਈ ਸੀ ਭਾਰਤ ਦਾ ਸੰਵਿਧਾਨ ਬਣਾਉਣ ਦੇ ਲਈ। ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋ ਚੁੱਕਿਆ ਸੀ ਅਤੇ ਲਾਗੂ ਹੋ ਚੁੱਕਿਆ ਸੀ। ਇਸ ਤੋਂ ਇਲਾਵਾ ਵੀ ਕੌਂਸਟੀਟਿਊਟ ਅਸੈਂਬਲੀ ਨੇ ਕੁਝ ਕੰਮ ਕਰੇ ਹੈ। ਉਹ ਕੰਮ ਕਿਹੜੇ ਕਿਹੜੇ ਕਰੇ ਹੈ? ਕੌਂਸਟੀਟਿਊਟ ਅਸੈਂਬਲੀ ਨੇ ਕਾਮਨਵੈਲਥ ਦੀ ਜਿਹੜੀ ਮੈਂਬਰਸ਼ਿਪ ਹੈ ਉਹਨੂੰ ਰੈਟੀਫਾਈ ਕੀਤਾ ਮਈ 1949 ਦੇ ਵਿੱਚ, ਅਤੇ ਨੈਸ਼ਨਲ ਫਲੈਗ ਨੂੰ ਅਡੋਪਟ ਕੀਤਾ ਗਿਆ 22 ਜੁਲਾਈ 1947 ਨੂੰ, ਅਤੇ ਅਡੋਪਟ ਕੀਤਾ ਇਹਨੇ ਨੈਸ਼ਨਲ ਐਂਥਮ ਔਨ ਜਨਵਰੀ 24 1950, ਔਰ ਅਡੋਪਟ ਕੀਤਾ ਨੈਸ਼ਨਲ ਸੌਂਗ ਔਨ 24 ਜਨਵਰੀ 1950। ਨਾਲ ਦੀ ਨਾਲ ਰਜਿੰਦਰ ਪ੍ਰਸਾਦ ਨੂੰ ਫਸਟ ਪ੍ਰੈਜ਼ੀਡੈਂਟ ਜਿਹੜਾ ਉਹ ਚੁਣਿਆ ਜਾਂਦਾ ਹੈ ਔਨ ਜਨਵਰੀ 24 1950 ਨੂੰ। ਤਾਂ ਇਹ ਜਿਹੜੇ ਸਾਰੇ ਕੰਮ ਹੈ ਇਹ ਵੀ ਕੌਂਸਟੀਟਿਊਟ ਅਸੈਂਬਲੀ ਨੇ ਕਿਤੇ ਨਾ ਕਿਤੇ ਪਰਫਾਰਮ ਕਰੇ, ਠੀਕ ਹੈ ਜੀ। ਹੁਣ ਅਗਰ ਆਪਾਂ ਕੁਝ ਇੰਪੋਰਟੈਂਟ ਫੈਕਟਸ ਦੀ ਗੱਲ ਕਰੀਏ, ਹੁਣ ਤੱਕ ਅਸੀਂ ਡਿਸਕਸ ਕਰਿਆ ਭਾਰਤ ਦਾ ਸੰਵਿਧਾਨ ਕਿੱਦਾਂ ਬਣਿਆ, ਕਿਹੜੀ ਬੋਡੀ ਨੇ ਬਣਾਇਆ, ਉਹ ਬੋਡੀ ਕਿੱਦਾਂ ਬਣਾਈ ਗਈ ਸੀ, ਕਿੰਨੇ ਉਹਦੇ ਮੈਂਬਰ ਸੀ, ਠੀਕ ਹੈ ਜੀ, ਔਰ ਸਭ ਤੋਂ ਇੰਪੋਰਟੈਂਟ ਕਮੇਟੀ ਕਿਹੜੀ ਸੀ, ਔਰ ਕਿੰਨੇ ਆਪਣੇ ਕੋਲ ਸੈਸ਼ਨਸ ਦੇ ਵਿੱਚ ਜਿਹੜਾ ਭਾਰਤ ਦਾ ਸੰਵਿਧਾਨ ਉਹ ਬਣ ਕੇ ਤਿਆਰ ਹੋਇਆ। ਇਹ ਸਾਰੀਆਂ ਚੀਜ਼ਾਂ ਅਸੀਂ ਦੇਖੀਆਂ। ਹੁਣ ਥੋੜ੍ਹੇ ਜਿਹੇ ਕੁਝ ਹੋਰ ਇੰਪੋਰਟੈਂਟ ਫੈਕਟਸ ਆ ਜੋ ਕਿਤੇ ਨਾ ਕਿਤੇ ਪੇਪਰ ਦੇ ਵਿੱਚ ਆ ਜਾਂਦੇ ਹੁੰਦੇ ਆ, ਕਿਉਂਕਿ ਪੇਪਰ ਅੱਜ ਕੱਲ੍ਹ ਪੇਪਰ ਦਾ ਜਿਹੜਾ ਆਪਣੇ ਕੋਲ ਮਾਹੌਲ ਹੈ ਇੱਦਾਂ ਦਾ ਹੋ ਗਿਆ ਕਿ ਬਹੁਤ ਅਨਸਰਟਨ ਹੋ ਗਿਆ, ਕਿਸੇ ਨੂੰ ਨਹੀਂ ਪਤਾ ਕਿੱਥੋਂ ਕੁਐਸਚਨ ਆ ਜਾਵੇ। ਤਾਂ ਸਾਨੂੰ ਇੰਨੀ ਕੁ ਹਿੰਮਤ ਕਰਨੀ ਚਾਹੀਦੀ ਹੈ ਕਿ ਸਾਨੂੰ ਕੋਈ ਵੀ ਟੌਪਿਕ ਹੈ ਜਿਹੜਾ ਉਹ ਅਨਟੱਚ ਨਹੀਂ ਰੱਖਣਾ ਚਾਹੀਦਾ। ਹਰੇਕ ਟੌਪਿਕ ਨੂੰ ਥੋੜ੍ਹਾ ਥੋੜ੍ਹਾ ਟੱਚ ਕਰ ਲਓ ਤਾਂ ਕਿ ਜਿਹੜਾ ਤੁਹਾਨੂੰ ਕੰਸੈਪਟ ਆ ਉਹ ਅੱਛੇ ਤਰੀਕੇ ਨਾਲ ਕਲੀਅਰ ਹੋ ਜਾਵੇ, ਠੀਕ ਹੈ। ਤਾਂ ਅਗਰ ਆਪਾਂ ਇੰਪੋਰਟੈਂਟ ਫੈਕਟਸ ਦੀ ਗੱਲ ਕਰੀਏ ਭਾਰਤ ਦੇ ਸੰਵਿਧਾਨ ਦੇ ਲਈ, ਉਹ ਇਹੀ ਹੈ ਕਿ ਜਿਹੜੀ ਸਾਡੀ ਕੌਂਸਟੀਟਿਊਟ ਅਸੈਂਬਲੀ ਸੀ ਜਿਹਨੇ ਭਾਰਤ ਦਾ ਸੰਵਿਧਾਨ ਬਣਾਇਆ ਸੀ, ਉਹਦੀ ਇੱਕ ਸੀਲ ਸੀ ਆਪਣੀ, ਉਹਦਾ ਇੱਕ ਆਪਣਾ ਸਿੰਬਲ ਸੀ, ਉਹ ਸਿੰਬਲ ਸੀਗਾ ਜੀ ਐਲੀਫੈਂਟ ਦਾ, ਠੀਕ ਹੈ। ਔਰ ਜਿਹੜਾ BN ਰਾਓ ਸੀ ਉਹਨਾਂ ਨੂੰ ਕੌਂਸਟੀਟਿਊਸ਼ਨਲ ਐਡਵਾਈਜ਼ਰ, ਲੀਗਲ ਐਡਵਾਈਜ਼ਰ ਬਣਾਇਆ ਗਿਆ ਕੌਂਸਟੀਟਿਊਟ ਅਸੈਂਬਲੀ ਦਾ। ਨਾਲ ਦੀ ਨਾਲ HVR ਅਯੰਗਰ ਉਹਨਾਂ ਨੂੰ ਸੈਕਟਰੀ ਬਣਾਇਆ ਗਿਆ ਕੌਂਸਟੀਟਿਊਟ ਅਸੈਂਬਲੀ ਦਾ। SN ਮੁਖਰਜੀ ਬਣੇ ਆ ਜੀ ਚੀਫ ਡਰਾਫਟਸਮੈਨ ਆਫ ਦਾ ਕੌਂਸਟੀਟਿਊਸ਼ਨ ਇਨ ਦਾ ਕੌਂਸਟੀਟਿਊਟ ਅਸੈਂਬਲੀ। ਹੁਣ ਕੀ ਮਤਲਬ ਇਹਦਾ? ਡਰਾਫਟਿੰਗ ਕਮੇਟੀ ਦੇ ਵਿੱਚ ਜਿਹੜੇ SN ਮੁਖਰਜੀ ਸੀ ਉਹ ਚੀਫ ਡਰਾਫਟਮੈਨ ਸੀ, ਉਹਨਾਂ ਦੇ ਕੋਲ ਆਪਣੇ ਕੋਲ ਮੇਨ ਕੰਮ ਸੀ ਡਰਾਫਟਸ ਨੂੰ ਤਿਆਰ ਕਰਨ ਦਾ।
ਭਾਰਤ ਦਾ ਸੰਵਿਧਾਨ ਹੈ ਜਿਹੜਾ ਉਹ ਹੱਥੀਂ ਲਿਖਿਆ ਜਾਂਦਾ ਹੈ ਪ੍ਰੇਮ ਬਿਹਾਰੀ ਨਰਾਇਣ ਰਾਏਜ਼ਾਦਾ ਜੀ ਦੁਆਰਾ, ਔਰ ਉਹਨੂੰ ਬਿਊਟੀਫਾਈ ਕੀਤਾ ਜਾਂਦਾ, ਉਹਨੂੰ ਡੈਕੋਰੇਟ ਕੀਤਾ ਜਾਂਦਾ ਹੈ ਨੰਦ ਲਾਲ ਬੋਸ ਅਤੇ ਬਿਓਹਰ ਰਾਮ ਮਨੋਹਰ ਸਿਨਹਾ ਜੀ ਦੁਆਰਾ। ਠੀਕ ਹੈ ਜੀ। ਅਗਰ ਆਪਾਂ ਪ੍ਰੀਐਂਬਲ ਦੀ ਗੱਲ ਕਰੀਏ, ਪ੍ਰੀਐਂਬਲ ਨੂੰ ਵੀ ਬਿਊਟੀਫਾਈ ਕੀਤਾ ਜਾਂਦਾ ਬਿਓਹਰ ਰਾਮ ਮਨੋਹਰ ਸਿਨਹਾ ਦੁਆਰਾ, ਅਤੇ ਉਹ ਜਿਹੜੀ ਕੈਲੀਗ੍ਰਾਫੀ ਹੈ ਉਹ ਲਿਖਿਆ ਜਾਂਦਾ ਪ੍ਰੇਮ ਬਿਹਾਰੀ ਨਰਾਇਣ ਰਾਏਜ਼ਾਦਾ ਦੁਆਰਾ। ਠੀਕ ਹੈ। ਹੁਣ ਅਗਰ ਆਪਾਂ ਹਿੰਦੀ ਵਰਜ਼ਨ ਦੀ ਗੱਲ ਕਰੀਏ, ਇਹ ਆਪਾਂ ਗੱਲ ਕਰੀਏ ਹੁਣ ਤੱਕ ਆਰਟਿਸਟ ਦੀ ਜੋ ਇੰਗਲਿਸ਼ ਵਰਜ਼ਨ ਦੇ ਵਿੱਚ ਜਿਹਨੇ ਕੰਮ ਕਰਿਆ। ਬਟ ਅਗਰ ਆਪਾਂ ਹਿੰਦੀ ਵਰਜ਼ਨ ਦੀ ਗੱਲ ਕਰੀਏ, ਕੌਨਸਟੀਟਿਊਸ਼ਨ ਜੋ ਹਿੰਦੀ ਮੀਡੀਅਮ ਦੇ ਵਿੱਚ ਲਿਖਿਆ ਗਿਆ ਸੀ, ਹਿੰਦੀ ਭਾਸ਼ਾ ਵਿੱਚ ਲਿਖਿਆ ਗਿਆ ਸੀ, ਉਹ ਲਿਖਿਆ ਗਿਆ ਸੀ ਬਸੰਤ ਕ੍ਰਿਸ਼ਨ ਵੈਦਿਆ ਦੁਆਰਾ, ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੂੰ ਡੈਕੋਰੇਟ ਕੀਤਾ ਗਿਆ ਨੰਦ ਲਾਲ ਬੋਸ ਦੇ ਦੁਆਰਾ। ਤੇ ਇਹ ਸੀਗੇ ਜੀ ਕੁਝ ਇੰਪੋਰਟੈਂਟ ਫੈਕਟਸ ਅਬਾਊਟ ਦੀ ਇੰਡੀਅਨ ਕੌਨਸਟੀਟਿਊਸ਼ਨ ਐਂਡ ਕੌਂਸਟੀਟਿਊਂਟ ਅਸੈਂਬਲੀ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਜੀ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਓ ਅਤੇ ਸ਼ੇਅਰ ਕਰਿਓ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਸੀਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਕੀਪ ਲਰਨਿੰਗ। ਬਾਏ ਬਾਏ।